ਦੋਸਤੋ ਸਤਿ ਸ੍ਰੀ ਅਕਾਲ, ਨਮਸਕਾਰ। ਮੇਰਾ ਨਾਮ ਹੈਗਾ ਸੁਖੀ ਚਾਹਲ ਤੇ ਮੈਂ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੀ ਧਰਤੀ ਤੋਂ ਤੁਹਾਡੇ ਨਾਲ ਸਾਂਝ ਪਾ ਰਿਹਾ ਹੈਗਾ। ਤੇ ਮੇਰੇ ਨਾਲ ਨਿਊਯਾਰਕ ਤੋਂ ਪਨੀਤ ਸਾਨੀ ਜੀ ਹੈਗੇ ਨੇ ਤੇ ਦਿੱਲੀ ਤੋਂ ਪ੍ਰੋਫੈਸਰ ਡਾਕਟਰ ਜਗਵੀਰ ਸਿੰਘ ਜੀ ਹੈਗੇ ਨੇ। ਪ੍ਰੋਫੈਸਰ ਜਗਵੀਰ ਸਿੰਘ ਜੀ ਜਿਨ੍ਹਾਂ ਦਾ ਕਿ ਟੀਚਿੰਗ ਦੇ ਵਿੱਚ ਸਪੈਸ਼ਲੀ ਸਿੱਖ ਹਿਸਟਰੀ ਦੇ ਵਿੱਚ ਆਲਮੋਸਟ 50 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੈਗਾ ਹੈ ਕਿ ਕਾਫੀ ਜ਼ਿਆਦਾ ਦਰਜਨ ਤੋਂ ਜ਼ਿਆਦਾ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਹੈਗੀਆਂ ਨੇ ਤੇ ਚਾਂਸਲਰ ਹੈਗੇ ਨੇ ਇਹ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ, ਸੈਂਟਰਲ ਯੂਨੀਵਰਸਿਟੀ ਪੰਜਾਬ ਬਠਿੰਡਾ ਦੇ। ਹੋਰ ਵੀ ਕਾਫੀ ਅੱਛੇ ਜਿਹੜੇ ਇੰਸਟੀਚਿਊਟ ਹੈਗੇ ਨੇ, ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਉੱਥੇ ਵੀ ਇਹਨਾਂ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਹੈਗਾ। ਬਹੁਤ ਕੰਟਰੀਬਿਊਸ਼ਨ ਹੈ, ਬਹੁਤ ਇਹਨਾਂ ਦੀ ਸੋਚ ਡੂੰਘਾ ਇਹਨਾਂ ਦੀ ਨੌਲੇਜ ਹੈਗੀ ਇਸ ਫੀਲਡ ਦੇ ਵਿੱਚ। ਅੱਜ ਅਸੀਂ ਇਹਨਾਂ ਤੋਂ ਕੁਝ ਵਿਚਾਰ ਸਿੱਖਣੇ ਚਾਹਾਂਗੇ, ਪਤਾ ਕਰਨਾ ਚਾਹਾਂਗੇ ਵੀ ਸਿੱਖੀ ਤੇ ਸਨਾਤਨ ਸੱਭਿਆਚਾਰ ਦੇ ਵਿੱਚ ਇਹ ਕਿੰਨਾ ਇੱਕ ਦੂਜੇ ਤੋਂ ਨੇੜੇ ਹੈਗੇ ਨੇ ਤੇ ਕਿੰਨੇ ਦੂਰ ਹੈਗੇ ਨੇ। ਪ੍ਰੋਫੈਸਰ ਸਾਹਿਬ, ਸਾਡੀ ਤੁਹਾਡੀ ਸੋਚ ਬਹੁਤ ਲੰਬੀ ਹੈਗੀ ਹੈ, ਡੂੰਘੀ ਹੈਗੀ ਹੈ, ਸੋ ਉਹ ਤੇ ਥੋੜਾ ਜਿਹਾ ਚਾਨਣਾ ਪਾਓ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਕੁਐਸਚਨ ਵਾਰੀ-ਵਾਰੀ ਉੱਠ ਰਿਹਾ ਹੈਗਾ ਜੀ। ਬਹੁਤ ਧੰਨਵਾਦ ਸੁਖੀ ਜੀ। ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੁਹਾਡੇ ਇਸ ਚੈਨਲ ਦੇ ਉੱਪਰ ਆ ਕੇ। ਮੈਨੂੰ ਇਹ ਲੱਗਦਾ ਕਿ ਜਿਹੜੇ ਮਸਲੇ ਅੱਜ ਪੰਜਾਬੀਅਤ ਨੂੰ, ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਦਰਪੇਸ਼ ਨੇ, ਉਹਦੇ 'ਚ ਬਹੁਤ ਸਾਰਾ ਕੁਛ ਰੋਲ ਘਚੋਲਾ ਜਿਹਾ ਪਿਆ ਹੋਇਆ ਹੈ। ਸਾਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਕੀ ਹਾਂ ਤੇ ਸਾਡਾ ਜਿਹੜਾ ਵਿਰਸਾ ਕੀ ਹੈ, ਉਸ ਵਿਰਸੇ ਨਾਲ ਸਾਡਾ ਰਿਲੇਸ਼ਨ ਕੀ ਹੈ ਜੀ। ਮੈਂ ਇਹ ਜਿਹੜਾ ਤੁਸੀਂ ਅੱਜ ਦਾ ਜਿਹੜਾ ਵਿਚਾਰ ਦੇ ਲਈ ਜਿਹੜਾ ਮਸਲਾ ਰੱਖਿਆ ਹੈ, ਉਹ ਮੈਂ ਸਮਝਦਾ ਕਿ ਬਹੁਤ ਹੀ ਮਹੱਤਵਪੂਰਨ ਹੈ, ਪਰ ਉਹਦੇ ਬਾਰੇ ਸਾਨੂੰ ਸਪਸ਼ਟ ਹੋਣ ਦੀ ਲੋੜ ਹੈ ਜੀ। ਅਸੀਂ ਤੁਸੀਂ ਜਿਹੜੀ ਲੀਡ ਜਿਹੜੀ ਰੱਖੀ ਹੈ ਨਾ ਗੱਲ, ਕਿ ਸਿੱਖੀ ਦਾ ਸਨਾਤਨ ਸੱਭਿਆਚਾਰ ਨਾਲ ਕਿੰਨਾ ਕੁ ਰਿਸ਼ਤਾ ਹੈ, ਦੂਰ ਹੈ, ਨੇੜੇ ਹੈ, ਮੈਂ ਇਹ ਸਮਝਦਾ ਹੈ। ਦੇਖੋ, ਗੱਲ ਇਹ ਹੈ ਕਿ ਮੈਂ ਤਕਰੀਬਨ ਅੱਜ ਤੋਂ 50 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਬਾਰੇ PhD ਕੀਤੀ ਸੀ ਤੇ ਉਸ ਤੋਂ ਪਹਿਲਾਂ ਤਾਂ ਮੈਂ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ। ਮੇਰੀ ਵੀ ਆਪਣੀ ਅਜੀਬ ਕਿਸਮ ਦੀ ਯਾਤਰਾ ਹੈਗੀ ਹੈ ਤੇ ਮਾਰਕਸਿਜ਼ਮ ਤੇ ਸਾਨੂੰ ਇਹ ਸਿਖਾਇਆ ਗਿਆ ਸੀ ਕਿ ਰਿਲੀਜਨ ਜਾਂ ਅਫੀਮ ਹੈ ਇਹਦਾ। ਲੇਕਿਨ ਜਦੋਂ ਮੈਂ ਗੁਰੂ ਨਾਨਕ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ, ਮੈਨੂੰ ਲੱਗਿਆ ਕਿ ਜਿਹੜੀਆਂ ਗੱਲਾਂ ਮਾਰਕਸਿਜ਼ਮ ਦੇ ਵਿੱਚ ਰਿਲੀਜਨ ਬਾਰੇ ਉਹਨੇ ਫਾਰਮੂਲਾਈਜ਼ ਕੀਤੀਆਂ ਨੇ, ਉਹ ਨਾ ਤਾਂ ਸਨਾਤਨ ਪਰੰਪਰਾ ਦੇ ਉੱਪਰ ਲਾਗੂ ਹੁੰਦੀਆਂ ਨੇ, ਨਾ ਸਿੱਖ ਧਰਮ ਦੇ ਉੱਪਰ ਲਾਗੂ ਹੁੰਦੀਆਂ ਨੇ। ਉਹਦਾ ਕਾਰਨ ਇਹ ਹੈ ਕਿ ਜਿਹੜਾ ਮਾਰਕਸੀਅਨ ਵਿਊ ਸੀ, ਉਹ ਸੀਗਾ ਕਿ ਉਹ ਅਬਰਾਹਮਿਕ ਜਿਹੜੇ ਰਿਲੀਜਨਸ ਨੇ ਉਹ ਕਿਉਂਕਿ ਫੇਥ ਬੇਸਡ ਨੇ। ਸਾਡੀ ਜਿਹੜੀ ਸਨਾਤਨ ਪਰੰਪਰਾ ਦੇ ਵਿੱਚ ਚਾਰ ਅਸੀਂ ਸਾਰੇ ਜਾਣਦੇ ਹਾਂ। ਸਾਡੀ ਜਿਹੜੇ ਭਾਰਤ ਦੀ ਜਿਹੜੀ ਆਪਣੇ ਸਪਤ ਸਿੰਧੂ ਦੀ ਸਭਿਅਤਾ ਹੈ, ਸਪਤ ਸਿੰਧੂ ਦੀ ਸਭਿਅਤਾ ਦੇ ਵਿੱਚ ਚਾਰ ਪ੍ਰਮੁੱਖ ਧਰਮ ਜਿਹੜੇ ਨੇ ਉਹ ਵਿਕਸਿਤ ਹੋਏ, ਇਸ ਮਿੱਟੀ ਵਿੱਚੋਂ ਪੈਦਾ ਹੋਏ ਨੇ ਔਰ ਉਹਨਾਂ ਦੀ ਇੱਕ ਆਪਣੀ ਵੱਖਰੀ ਆਈਡੈਂਟੀਟੀ ਹੈ। ਉਹ ਇੰਡੀਪੈਂਡੈਂਟ ਵਰਲਡ ਰਿਲੀਜਨ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਸਭ ਤੋਂ ਪ੍ਰਾਚੀਨ ਹੈ ਉਹ ਸਨਾਤਨ ਧਰਮ ਹੈ। ਸਨਾਤਨ ਧਰਮ ਦੀ ਇੱਕ ਕਮਾਲ ਦੀ ਗੱਲ ਹੈ, ਸਨਾਤਨ ਧਰਮ ਦਾ ਕੋਈ ਮੋਢ ਹੀ ਨਹੀਂ ਔਰ ਸਨਾਤਨ ਧਰਮ ਇੱਕ ਉਸ ਤਰ੍ਹਾਂ ਦਾ ਰਿਲੀਜਨ ਵੀ ਨਹੀਂ ਹੈਗਾ। ਉਹਦਾ ਕਾਰਨ ਹੈ ਕਿ ਇਹ ਇੱਕ ਪਲੂਰਲਿਸਟਿਕ, ਮੈਂ ਲਫ਼ਜ਼ ਅੰਗਰੇਜ਼ੀ ਦੇ ਵਰਤਣਾ ਚਾਹੁੰਦਾ ਕਿਉਂਕਿ ਮੈਂ ਤਾਂ ਤਕਰੀਬਨ ਪਿਛਲੇ 50 ਸਾਲ ਤੋਂ ਰਿਲੀਜੀਅਸ ਸਟੱਡੀਜ਼ ਨੂੰ ਸੋਸ਼ੀਓਲੋਜੀ ਆਫ ਰਿਲੀਜਨ, ਐਂਥਰੋਪੋਲੋਜੀਕਲ ਰਿਲੀਜਨ ਤੇ ਫਿਲਾਸਫੀ ਆਫ ਰਿਲੀਜਨ ਦੇ ਨੁਕਤੇ ਤੋਂ ਦੇਖਿਆ ਜੀ। ਮੈਂ ਇਹ ਸਮਝਦਾ ਕਿ ਜਿਹੜਾ ਸਨਾਤਨ ਧਰਮ ਹੈ ਉਹ ਯੂਨੀਕ ਹੈ। ਉਹ ਯੂਨੀਕ ਇਸ ਕਰਕੇ ਹੈ ਕਿ ਇਹ ਇੱਕ ਪਲੂਰਲਿਸਟਿਕ ਤੇ ਇਨਕਲੂਸਿਵਿਸਟ ਧਰਮ ਹੈ। ਮੈਂ ਇਸ ਨੂੰ ਰਿਲੀਜਨ ਨਹੀਂ ਕਹਿੰਦਾ। ਤੇ ਇਸ ਦੀ ਖੂਬਸੂਰਤੀ ਇਹ ਹੈ ਕਿ ਇਹਦੇ ਅੰਦਰ ਬਹੁਤ ਸਾਰੇ ਮਤ ਨੇ, ਮਤਾਂਤਰ ਨੇ, ਬਹੁਤ ਸਾਰੇ ਇਹਦੇ ਅੰਦਰ ਪੰਥ ਨੇ। ਸ਼ੈਵਿਜ਼ਮ ਹੈ, ਮਤਲਬ ਹੈ ਕਿ ਸ਼ਕਤੀਜ਼ਮ ਹੈ, ਵੈਸ਼ਨਵਿਜ਼ਮ ਹੈ, ਅਨੇਕਾਂ ਜਿਹੜੇ ਉਹਨਾਂ ਦੀ ਜਿਹੜੀ ਪਲੂਰੈਲਿਟੀ ਹੈ, ਇਸ ਦੀ ਵਿਸ਼ੇਸ਼ ਗੱਲ ਹੈ। ਇਹ ਮਤਲਬ ਹੈ ਕਿ ਕਿਸੇ ਇੱਕ ਪੰਥ ਦੇ ਉੱਪਰ ਸੀਮਤ ਨਹੀਂ ਹੈਗੀ ਸਨਾਤਨ ਪਰੰਪਰਾ।
ਇਹਦੇ 'ਚ ਵਿਸ਼ਵਾਸ ਪਰੰਪਰਾ ਵੀ ਅਨੇਕ ਨੇ। ਮਤਲਬ ਹੈ ਕਿ ਤੁਸੀਂ ਦੇਖੋ ਕਿ ਜਿਹੜੀ ਹਰ ਤਰ੍ਹਾਂ ਦੀ ਪੂਜਾ ਵਿਧੀ ਇਹਦੇ 'ਚ ਤੁਹਾਨੂੰ ਮਿਲ ਜਾਏਗੀ। ਲੇਕਿਨ ਮੁੱਖ ਗੱਲ ਕੀ ਹੈ? ਮੁੱਖ ਗੱਲ ਇਹ ਹੈ ਕਿ ਇਹ ਜਿਹੜੀ ਸਾਡੀ ਸਭਿਅਤਾ ਇਹਨੂੰ ਸਨਾਤਨੀ ਸਭਿਅਤਾ ਕਹਿੰਦੇ ਆ, ਇਹ ਇਸ ਦੀ ਇੱਕ ਤਰ੍ਹਾਂ ਦੀ ਸ਼ਕਤੀ ਵੀ ਹੈ ਜੀ। ਤੇ ਕਈ ਵਾਰ ਇਸ ਨੂੰ ਬੰਦੇ ਜਿਹੜੇ ਨੇ ਗਲਤ ਸਮਝਦੇ ਨੇ। ਉਹਦਾ ਕਾਰਨ ਹੈ ਕਿ ਇਹ ਇਨਕਲੂਸਿਵ ਅਪਰੋਚ ਹੈ। ਯਾਨੀ ਕਿਉਂਕਿ ਜਦੋਂ ਜਿਹੜੇ ਸਾਡੇ ਰਿਸ਼ੀਆਂ ਨੇ ਜਿਹੜੀ ਗੱਲ ਸ਼ੁਰੂ 'ਚ ਗੱਲ ਕਹੀ ਸੀ ਨਾ, ਤੁਸੀਂ ਦੇਖੋ ਕਿ ਰਿਗਵੇਦ ਦੇ ਵਿੱਚ ਇੱਕ ਸੂਤਰ ਆਉਂਦਾ ਕਿ ਏਕਮ ਸਦ ਵਿਪਰਾ ਬਹੁਧਾ ਵਦੰਤੀ। ਇਹ ਪਲੂਰਲਿਜ਼ਮ ਦੀ ਇੱਕ ਜਿਹੜੀ ਦ੍ਰਿਸ਼ਟੀ ਹੈ ਨਾ ਸਾਡੀ ਸਨਾਤਨ ਦੀ, ਇਸ ਦੀ ਖੂਬੀ ਹੈ। ਲੇਕਿਨ ਹੁਣ ਉਸ ਤੋਂ ਬਾਅਦ ਦੇਖੋ ਤੁਸੀਂ ਕਿ ਬੁੱਧਿਜ਼ਮ, ਜੈਨਿਜ਼ਮ ਤੇ ਸਿੱਖਿਜ਼ਮ, ਇਹ ਇੱਕ ਇਹਦੇ ਅੰਦਰ ਇੱਕ ਪੰਥ ਜਿਹੜੇ ਨੇ ਉਹ ਪੈਦਾ ਹੋਏ ਨੇ, ਔਰ ਪੰਥਾਂ ਦੀ ਇੱਕ ਆਪਣੀ ਇੰਡੀਪੈਂਡੈਂਟ ਜਿਹੜੀ ਨਾ ਇੱਕ ਜਲਾਓ ਹੈ, ਉਹਦੀ ਸ਼ਕਤੀ ਹੈ। ਹੁਣ ਦੇਖੋ ਬੁੱਧਿਜ਼ਮ ਹੈ, ਬੁੱਧਿਜ਼ਮ ਉਹ ਹੈ ਤਾਂ ਸਨਾਤਨੀ ਪਰੰਪਰਾ ਵਿੱਚੋਂ। ਸਨਾਤਨ ਧਰਮ ਤੇ ਸਨਾਤਨੀ ਪਰੰਪਰਾ ਨੂੰ ਮੈਂ ਥੋੜਾ ਜਿਹਾ ਵੱਖਰਾ ਕਰਨਾ ਚਾਹੁੰਦਾ। ਸਨਾਤਨ ਧਰਮ ਤਾਂ ਜਿਹਨੂੰ ਆਪਾਂ ਹਿੰਦੂ ਧਰਮ ਕਹਿ ਸਕਦੇ ਹਾਂ, ਉਹਦਾ ਇੱਕ ਆਪਣਾ ਜੀਵਨ ਦ੍ਰਿਸ਼ਟੀਕੋਣ ਹੈ। ਲੇਕਿਨ ਇਸ ਸਾਡੀ ਧਰਤੀ ਦੇ ਉੱਪਰ ਜਿਹੜੀ ਸਭਿਅਤਾ ਹੈ ਨਾ, ਜਿਹੜੀ ਉਸ ਸਭਿਅਤਾ ਦੇ ਵਿੱਚੋਂ ਇਹ ਚਾਰੇ ਇੰਡੀਪੈਂਡੈਂਟ ਵਰਲਡ ਰਿਲੀਜਨ, ਹੁਣ ਅੱਜ ਮਤਲਬ ਕੋਈ ਕਹੇ ਕਿ ਸਿੱਖ ਧਰਮ ਇੰਡੀਪੈਂਡੈਂਟ ਨਹੀਂ, ਇਹ ਤਾਂ ਗੱਲ ਮੰਨਣਯੋਗ ਨਹੀਂ ਹੈਗੀ। ਸਿੱਖ ਧਰਮ ਜੈਨ ਧਰਮ ਵਾਂਗ, ਬੁੱਧ ਧਰਮ ਵਾਂਗ ਇੰਡੀਪੈਂਡੈਂਟ ਰਿਲੀਜਨ ਹੈ, ਜਿਸ ਤਰ੍ਹਾਂ ਸਨਾਤਨ ਧਰਮ ਹੈ। ਜਦੋਂ ਅਸੀਂ ਕਹਿੰਦੇ ਵੀ ਇਹ ਫਲਾਣੀ ਚੀਜ਼ ਉਹ ਚੋਂ ਨਿਕਲੀ ਹੈ, ਉਹਦੇ ਕਰਕੇ ਝਮੇਲੇ ਪੈਦਾ ਹੁੰਦੇ ਨੇ। ਮੈਨੂੰ ਲੱਗਦਾ ਇਹ ਬਹੁਤ ਸਪਸ਼ਟ ਲੈ ਕੇ ਜਦੋਂ ਭਾਈ ਗੁਰਦਾਸ ਇਹ ਕਹਿੰਦੇ ਨੇ ਨਾ, ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹ ਕਹਿੰਦੇ ਨੇ ਕਿ ਨਾਨਕ ਨਿਰਮਲ ਪੰਥ ਚਲਾ। ਇਹਦਾ ਮਤਲਬ ਹੈ ਕਿ ਸਿੱਖੀ ਦਾ ਇੱਕ ਨਿਆਰਾ ਔਰ ਵਿਲੱਖਣ ਜਿਹੜਾ ਰੂਪ ਹੈ ਉਹ ਤਾਂ ਸਥਿਤ ਹੋ ਗਿਆ। ਲੇਕਿਨ ਇਸ ਤਰ੍ਹਾਂ ਹੀ ਮਤਲਬ ਹੈ ਕਿ ਬੁੱਧਿਜ਼ਮ ਹੈ। ਬੁੱਧਿਜ਼ਮ ਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਗੱਲਾਂ ਸਨਾਤਨ ਨਾਲ ਮਿਲਦੀਆਂ ਨੇ, ਬਹੁਤ ਸਾਰੀਆਂ ਵੱਖਰੀਆਂ ਨੇ। ਮਿਸਾਲ ਦੇ ਤੌਰ ਤੇ ਹੁਣ ਦੇਖੋ ਸਾਡੀਆਂ ਧਰਮ ਪਰੰਪਰਾਵਾਂ ਵਿੱਚ 3 ਪੱਖ ਹੁੰਦੇ ਨੇ। ਇੱਕ ਉਹਦਾ ਕੋਸਮੋਲੋਜੀ ਹੁੰਦੀ ਹੈ ਕਿ ਬ੍ਰਹਿਮੰਡ ਬਾਰੇ ਸਾਡੇ ਸਨਾਤਨੀ ਪਰੰਪਰਾ ਵਿੱਚ ਕੀ ਹੈ, ਬੁੱਧ ਧਰਮ ਵਿੱਚ ਕੀ ਹੈ, ਜੈਨ ਧਰਮ ਵਿੱਚ ਕੀ ਹੈ, ਸਿੱਖ ਧਰਮ ਵਿੱਚ ਕੀ ਹੈ। ਦੂਸਰੀ ਹੈ ਉਹਦੀ ਕਿ ਐਂਥਰੋਪੋਲੋਜੀ ਹੈ ਕਿ ਵਾਟ ਇਜ਼ ਮੈਨ। ਇਹ ਸਾਡੇ ਧਰਮਾਂ ਦੀ ਜਿਹੜੀ ਵਿਸ਼ੇਸ਼ ਗੱਲ ਹੈ ਕਿ ਇਹਦੇ ਅੰਦਰ ਇੱਕ ਇਹਦਾ ਪੱਖ ਹੈ ਜਿਹੜਾ ਕੋਸਮੋਲੋਜੀਕਲ ਹੈ, ਕਿ ਸਾਡੀ ਬ੍ਰਹਿਮੰਡ ਦੀ ਚੇਤਨਾ ਜਿਹੜੀ ਹੈ ਉਹ ਸਾਰੇ ਇਹਨਾਂ 4 ਧਰਮਾਂ ਦੇ ਵਿੱਚ ਹੈਗੀ ਹੈ। ਹੁਣ ਜਿਵੇਂ ਸਨਾਤਨ ਧਰਮ ਹੈ, ਉਹ ਬ੍ਰਹਮ ਦੇ ਰੂਪ ਦੇ ਵਿੱਚ ਇੱਕ ਕੋਸਮੋਲੋਜੀ ਦਾ ਸਿਸਟਮ ਬਣਾਉਂਦਾ ਹੈ। ਬੁੱਧ ਧਰਮ ਨੇ ਕਿਹਾ ਵੀ ਇਹ ਬ੍ਰਹਮ ਦੇ ਨਾਲੋਂ ਉਲਟਾ ਉਹ ਸ਼ੂਨਯ ਦੇ ਉੱਪਰ ਜ਼ੋਰ ਦਿੰਦਾ। ਬ੍ਰਹਮ ਪੋਜ਼ਿਟਿਵਿਟੀ ਹੈ ਤੇ ਸ਼ੂਨਯ ਨੈਗੇਟਿਵਿਟੀ ਹੈ। ਲੇਕਿਨ ਪਰਮ ਸ਼ੂਨਯ, ਪਰਮ ਬ੍ਰਹਮ ਇੱਕੋ ਮਿਲ ਜਾਂਦੇ ਨੇ, ਇੱਕੋ ਚੀਜ਼ ਦੇ ਪੁੱਠੇ ਸਿੱਧੇ ਪਾਸੇ ਨੇ। ਅੱਛਾ, ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਮਸਲਾ ਜਿਹੜਾ ਹੈ ਸਾਨੂੰ ਸਨਾਤਨ ਸਭਿਅਤਾ ਦੇ ਨਾਲ ਰਿਸ਼ਤੇ ਦੀ ਗੱਲ ਡਿਫਾਈਨ ਕਰਨ ਦੀ ਲੋੜ ਹੈ। ਤੇ ਰਿਸ਼ਤਾ ਮੈਂ ਇਹ ਸਮਝਦਾ ਕਿ ਜਿੱਥੋਂ ਤੱਕ ਤਾਂ ਸਿੱਖ ਪੰਥ, ਪਹਿਲਾਂ ਸਿੱਖ ਪੰਥ ਗੁਰੂ ਨਾਨਕ ਦੇਵ ਜੀ ਤੋਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਉਸ ਪੰਥ ਦੇ ਵਿੱਚ ਇੱਕ ਟਰਾਂਸਫਰਮੇਸ਼ਨ ਵਾਪਰਦੀ ਹੈ। ਉਹ ਸਿੱਖ ਪੰਥ ਖਾਲਸਾ ਪੰਥ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ। ਤੇ ਇਸ ਜਿਹੜਾ ਸਿੱਖ ਚਿੰਤਨ ਹੈ, ਇਸ ਦਾ ਇੱਕ ਆਪਣਾ ਗੌਰਵ ਹੈ ਔਰ ਇਸ ਦੀ ਇੱਕ ਵਿਲੱਖਣਤਾ ਹੈ। ਲੇਕਿਨ ਮੈਂ ਤਾਂ ਜਦੋਂ ਮੈਂ ਪੜ੍ਹਿਆ, ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ, ਤੁਸੀਂ ਯੂ ਕੈਨ ਡਿਫਰ ਵਿਦ ਮੀ। ਮੈਨੂੰ ਲੱਗਿਆ ਕਿ ਸਨਾਤਨੀ ਪਰੰਪਰਾ ਦੇ ਨਾਲ ਸਾਡੀਆਂ ਜਿਹੜੀਆਂ ਕੁਝ ਗੱਲਾਂ ਮਿਲਦੀਆਂ ਨੇ, ਉਹਦੇ 'ਚ ਕੋਈ ਅੰਤਰ ਨਹੀਂ ਹੈ। ਉਹ ਉਹਨਾਂ ਮਿਲਦੀਆਂ ਗੱਲਾਂ ਵਿੱਚੋਂ ਮੈਂ ਸਮਝਦਾ ਕਿ ਜਿਹੜਾ ਸਾਡਾ ਵਰਲਡ ਵਿਊ ਹੈ, ਜੀਵਨ ਬਾਰੇ ਦ੍ਰਿਸ਼ਟੀਕੋਣ ਹੈ, ਉਹਦੇ ਅੰਦਰ ਸਾਂਝਾ ਨੇ। ਜਿਸ ਤਰ੍ਹਾਂ ਰਿਸ਼ੀਆਂ ਦਾ ਜਿਹੜਾ ਬ੍ਰਹਿਮੰਡ ਬਾਰੇ, ਮਨੁੱਖ ਬਾਰੇ, ਸਮਾਜ ਬਾਰੇ ਜੋ ਵਿਚਾਰ ਹੈ, ਉਹ ਬਹੁਤ ਸਾਰੀਆਂ ਗੱਲਾਂ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਨੇ। ਲੇਕਿਨ ਫਰਕ ਵੀ ਹੈਗਾ। ਫਰਕ ਇਹ ਹੈ ਵੀ ਮੰਨ ਲਓ ਸਨਾਤਨੀ ਪਰੰਪਰਾ ਦੀ ਜਿਹੜੀ ਕਰਮ ਕਾਂਡ ਤੇ ਜਾਤੀ ਪ੍ਰਥਾ, ਇਹਨੂੰ ਕਹਿੰਦੇ ਆ ਕਿ ਸੋਸ਼ੀਓਲੋਜੀ ਆਫ ਸਨਾਤਨ ਪਰੰਪਰਾ।
ਤੇ ਇਹ ਸੋਸ਼ੀਓਲੋਜੀ ਦੀਆਂ ਸਾਰੀਆਂ ਗੱਲਾਂ ਬੁੱਧ ਧਰਮ ਤੋਂ ਹੀ ਰਿਜੈਕਟ ਹੋ ਗਈਆਂ। ਅੱਛਾ, ਗੁਰੂ ਨਾਨਕ ਦੇਵ ਜੀ ਨੇ ਤਾਂ ਇੱਕ ਸੂਤਰ ਦੇ ਵਿੱਚ ਗੱਲ ਕਿਹਾ ਕਿ ਜਾਤ ਵਰਣ ਕੁਲ ਸਹਸਾ ਚੂਕਾ ਜੀ ਗੁਰਮਤਿ ਸ਼ਬਦ ਵਿਚਾਰੀ। ਹੁਣ ਦੇਖੋ, ਇਹ ਸਿੱਖ ਪੰਥ ਦਾ ਇੱਕ ਸੋਸ਼ੀਓਲੋਜੀਕਲ ਪੱਖ ਹੈ। ਇਹ ਸਨਾਤਨ ਨਾਲੋਂ ਕਿਸੇ ਲੈਵਲ ਤੇ ਵੱਖਰਾ ਹੈ। ਇਹ ਗੱਲ ਅਸੀਂ ਮੰਨ ਕੇ ਚੱਲਦੇ ਹਾਂ। ਇਹ ਬੁੱਧ ਧਰਮ ਦਾ ਵੀ ਵੱਖਰਾ ਹੈ। ਬੁੱਧ ਧਰਮ ਦੇ ਵਿੱਚ ਵੀ ਜਿਹੜਾ ਜਾਤੀ ਪ੍ਰਥਾ ਨੂੰ ਕੋਈ ਉਸ ਤਰੀਕੇ ਨਾਲ ਸਵੀਕਾਰਿਆ ਨਹੀਂ ਗਿਆ। ਲੇਕਿਨ ਇੱਕ ਗੱਲ ਮੈਂ ਜਦੋਂ ਮੈਂ ਸਟੱਡੀ ਕਰਦਾ ਰਿਹਾ, ਮੈਨੂੰ ਲੱਗਿਆ ਕਿ ਇਹਦੇ 'ਚ ਸਾਨੂੰ ਕਈ ਵਾਰ ਗਲਤੀ ਵੀ ਲੱਗਦੀ ਹੈ ਜੀ। ਜਿਹੜਾ ਸਨਾਤਨੀ ਪਰੰਪਰਾ 'ਚ ਵਰਣ ਦੀ ਗੱਲ ਆਉਂਦੀ ਹੈ, ਤੇ ਵਰਣ ਜਿਹੜਾ ਨਾ ਉਹਦਾ ਸੰਬੰਧ ਕਰਮ ਦੇ ਨਾਲ ਹੈ, ਜਾਤ ਦਾ ਸੰਬੰਧ ਜਨਮ ਦੇ ਨਾਲ ਹੈ। ਇਹ ਕਈ ਵਾਰ ਕਨਫਿਊਜ਼ਨ ਇੱਥੋਂ ਪੈਦਾ ਹੁੰਦਾ ਹੈ। ਮਤਲਬ ਹੈ ਕਿ ਵਰਣ ਵਿਵਸਥਾ ਤੇ ਜਾਤੀ ਪ੍ਰਥਾ, ਵਰਣ ਤਾਂ ਵਿਵਸਥਾ ਹੈ ਤੇ ਜਾਤੀ ਦੀ ਪ੍ਰਥਾ ਹੈ। ਗੁਰੂ ਸਾਹਿਬਾਨ ਨੂੰ ਇਹ ਦੋਵੇਂ ਗੱਲਾਂ ਸਮਝਨੇ। ਭਾਈ ਜਿਹੜਾ ਭਗਤ ਕਬੀਰ ਜੀ ਨੇ ਜਦੋਂ ਇਹ ਗੱਲ ਕੀਤੀ ਹੈ ਨਾ ਕਿ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਤੇ ਮਤਲਬ ਹੈ ਕਿ ਉਹ ਗੱਲ ਕਰ ਰਹੇ ਨੇ ਕਿ ਜਿਹੜੀ ਸੋਸ਼ੀਓਲੋਜੀ ਹੈ ਨਾ, ਜਿਹੜੀ ਦੇਖੋ ਹਰ ਪਰੰਪਰਾ ਵਿੱਚ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਮੇਂ ਦੇ ਮੁਤਾਬਕ ਬਦਲਣੀਆਂ ਹੁੰਦੀਆਂ ਨੇ। ਤੇ ਇਹ ਮੈਨੂੰ ਲੱਗਦਾ ਕਿ ਜਿਹੜਾ ਸਾਡੇ ਸਨਾਤਨੀ ਪਰੰਪਰਾ ਦੇ ਨਾਲ ਸਾਡਾ ਰਿਸ਼ਤਾ ਹੈ, ਜਿਹੜਾ ਬਹੁਤ ਪੱਕਾ ਇਹ ਰਿਸ਼ਤਾ ਤਾਂ ਇਹ ਹੈ ਕਿ ਸਾਡੀ ਜਿਹੜੀ ਕੋਸਮੋਲੋਜੀ ਤੇ ਐਂਥਰੋਪੋਲੋਜੀ ਦੇ ਵਿੱਚ ਬਹੁਤ ਗਹਿਰੀ ਸਾਂਝ ਹੈ। ਹੁਣ ਤੁਸੀਂ ਦੇਖੋ ਕਿ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ ਰਚਨਾ ਬਾਰੇ ਇੱਕ ਸੂਤਰ ਦੇ ਵਿੱਚ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਆਪ ਸਮੋਏ। ਇਹ ਸ੍ਰਿਸ਼ਟੀ ਰਚਨਾ ਬਾਰੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਕਥਨ ਹੈ, ਇਹ ਕਲਾਸੀਕਲ ਸਾਡੀ ਜਿਹੜੀ ਰਚਨਾ ਦੇ ਬਾਰੇ ਗੱਲ ਆ ਰਹੀ ਸੀ ਨਾ ਕਿ ਇੱਕ ਜਿਹੜਾ ਨਿਰਗੁਣ ਨਿਰਾਕਾਰ ਬ੍ਰਹਮ ਹੈ, ਉਸ ਦੇ ਵਿੱਚੋਂ ਫਿਰ ਸ੍ਰਿਸ਼ਟੀ ਰਚਨਾ ਪੈਦਾ ਹੋਈ ਤੇ ਉਸ ਦੇ ਨਾਲ ਰਿਲੇਸ਼ਨਸ਼ਿਪ ਕੀ ਹੈ। ਹੁਣ ਤੁਸੀਂ ਦੇਖੋ ਕਿ ਇਹ ਗੱਲ ਅਬਰਾਹਮਿਕ ਨਾਲੋਂ ਵੱਖਰਾਪਨ ਸਾਡਾ ਸਥਾਪਿਤ ਕਰਦੀ ਹੈ। ਅਬਰਾਹਮਿਕ ਸਿਵਲਾਈਜੇਸ਼ਨ ਦੇ ਵਿੱਚ ਜਿਹੜਾ ਗੋਡ ਦਾ ਕਨਸੈਪਟ ਹੈ, ਗੋਡ ਦਾ ਕਨਸੈਪਟ ਹੈਗਾ ਹੋਲੀ ਅਦਰ, ਕਿ ਉਹ ਗੋਡ ਜਿਹੜਾ ਨਾ ਉਹ 14 ਤਬਕ ਤੋਂ ਬਾਹਰ ਹੈ। ਉਸ ਨੇ ਕਦੇ ਥੱਲੇ ਨਹੀਂ ਆਉਣਾ ਤੇ ਬੰਦੇ ਨੇ ਕਦੇ ਉੱਤੇ ਨਹੀਂ ਜਾਣਾ। ਉਹ ਅਬਰਾਹਮਿਕ ਧਰਮ ਜਿਹੜੇ ਨੇ ਉਹਨਾਂ ਨੂੰ ਕਿਹਾ ਜਾਂਦਾ ਪੈਗੰਬਰੀ ਧਰਮ ਨੇ। ਇਹਦਾ ਮਤਲਬ ਪੈਗੰਬਰ ਮੀਡੀਏਟਰ ਹੈ। ਸਾਡੇ ਜਿਹੜੇ ਧਰਮ ਨੇ ਉਹ ਰੀਅਲਾਈਜੇਸ਼ਨ ਬੇਸਡ ਹੈ। ਜਿਹੜੇ ਦੇਖੋ ਨਾ, ਜੇ ਅਸੀਂ ਇਹ ਕਹੀਏ ਕਿ ਗੁਰੂ ਸਾਹਿਬਾਨ ਜਦੋਂ ਗੱਲ ਕਰਦੇ ਨੇ ਤੇ ਉਹ ਤਾਂ ਯਥਾਰਥ ਤੋਂ ਚੱਲਦੇ ਨੇ। ਗੁਰੂ ਨਾਨਕ ਦੇਵ ਬਾਣੀ ਦਾ ਜਿਹੜਾ ਮੂਲ ਸੂਤਰ ਹੈ ਨਾ, ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਬਾਰੇ ਜਿਹੜੀ ਗੱਲ ਕਰਦੇ ਨੇ, ਤੁਸੀਂ ਉਹ ਦੇਖੋ ਬੜੀ ਇੰਪੋਰਟੈਂਟ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਗਾਵੋ ਗੀਤ ਨਾ ਬਿਰਹੜਾ, ਕਿ ਮੈਂ ਜੋ ਗਾ ਰਿਹਾ ਹਾਂ ਇਹ ਕੋਈ ਗੀਤ ਨਹੀਂ ਹੈਗਾ, ਨਾ ਬਿਰਹੜਾ ਹੈ। ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਮੈਂ ਇਹ ਬਾਣੀ ਜਿਹੜੀ ਹੈ ਇਹ ਬ੍ਰਹਮ ਵਿਚਾਰ ਹੈ। ਹੁਣ ਇਹ ਬ੍ਰਹਮ ਸਾਡਾ ਸ਼ਬਦ ਹੈ, ਸਨਾਤਨੀ ਪਰੰਪਰਾ ਦਾ ਸ਼ਬਦ ਹੈ। ਗੁਰੂ ਸਾਹਿਬਾਨ ਨੂੰ ਕੋਈ ਇਹਦੇ 'ਚ ਕੋਈ ਮਤਲਬ ਹੈ ਨਹੀਂ ਸੀ, ਪਰਹੇਜ਼ ਨਹੀਂ ਸੀ। ਬਲਕਿ ਉਹਨਾਂ ਤਾਂ ਜਿਹੜੇ ਸਨਾਤਨੀ ਪਰੰਪਰਾ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਫਰੀ ਢੰਗ ਨਾਲ ਵਰਤਦੇ ਨੇ, ਲੇਕਿਨ ਉਹਨਾਂ ਨੂੰ ਆਪਣਾ ਮੀਨਿੰਗ ਦਿੰਦੇ ਨੇ। ਮਤਲਬ ਹੈ ਕਿ ਸਿੱਖ ਵਿਚਾਰਧਾਰਾ ਆਪਣੇ ਵਿਰਸੇ ਨਾਲ ਸੰਵਾਦ ਰਚਾਉਂਦੀ ਹੈ ਔਰ ਉਹਦੇ ਵਿੱਚੋਂ ਆਪਣਾ ਚਿੰਤਨ ਜਿਹੜਾ ਨਾ ਉਹਨੂੰ ਉਸਾਰਦੀ ਹੈ। ਸਾਂਝ ਵੀ ਹੈ ਤੇ ਵੱਖਰਾਪਨ ਵੀ ਹੈ। ਹੁਣ ਤੁਸੀਂ ਦੇਖੋ ਕਿ ਸਾਡੀ ਜਿਹੜੀ ਸਨਾਤਨੀ ਪਰੰਪਰਾ ਨੇ ਸਾਨੂੰ ਦੁਨੀਆ ਨੂੰ ਦੇਖਣ ਦੀ ਇੱਕ ਦ੍ਰਿਸ਼ਟੀ ਦਿੱਤੀ ਹੈ, ਜਿਹੜੀ ਗੁਰਬਾਣੀ ਤੱਕ ਉਸੇ ਤਰ੍ਹਾਂ ਆਉਂਦੀ ਹੈ। ਉਹ ਕੀ ਹੈ ਕਿ ਜਿਹੜਾ ਪਰਮ ਸੱਚ ਹੈ ਇੱਕ, ਉਹ ਹੈਗਾ, ਉਹਨੂੰ ਬ੍ਰਹਮ ਕਿਹਾ ਗਿਆ ਹੈ। ਤੇ ਬ੍ਰਹਮ ਦੀ ਪਰਿਭਾਸ਼ਾ ਤੁਸੀਂ ਧਿਆਨ ਨਾਲ ਦੇਖੋ, ਗੋਡ ਨਹੀਂ ਹੈਗਾ ਜਿਹੜਾ ਅਸੀਂ ਬਹੁਤੀ ਵਾਰ ਗੱਲ ਕਰਦੇ ਨਾ ਕਿ ਮੈਂ ਕਈ ਵਾਰ ਹੈਰਾਨ ਹੁੰਦਾ ਕਿ ਸਾਡੇ ਜਿਹੜੇ ਗ੍ਰੰਥ ਨੇ ਨਾ, ਉਹਨਾਂ ਦਾ ਜੋ ਅੰਗਰੇਜ਼ੀ 'ਚ ਅਨੁਵਾਦ ਕਰਦੇ ਹਾਂ ਅਸੀਂ ਕ੍ਰਿਸਚਨ ਥਿਓਲੋਜੀ ਨੂੰ ਵਿੱਚ ਵਾੜ ਲੈਂਦੇ ਹਾਂ। ਮਿਸਾਲ ਦੇ ਤੌਰ ਤੇ ਤੁਸੀਂ ਸਾਰੇ ਆਮ ਦੇਖੋਗੇ ਕਿ ਏਕ ਓਂਕਾਰ ਮੀਨਸ ਗੋਡ ਇਜ਼ ਵਨ,
ਓਮਕਾਰ ਗॉड ਨਹੀਂ ਹੈਗਾ, ਹਾਂਜੀ ਕਿਉਂਕਿ ਗॉड ਦਾ ਕਨਸੈਪਟ ਜਿਹੜਾ ਨਾ ਬ੍ਰਹਮ ਨਾਲੋਂ ਵੱਖਰਾ। ਓਮਕਾਰ ਤਾਂ ਬ੍ਰਹਮ ਦਾ ਪ੍ਰਤੀਕ ਹੈ। ਓਮਕਾਰ ਬ੍ਰਹਮਾ ਉਤਪत्ति, ਗੁਰੂ ਨਾਨਕ ਦੇਵ ਜੀ ਖੁਦ ਕਹਿ ਰਹੇ ਨੇ ਦੱਖਣੀ ਓਮਕਾਰ ਦੇ ਵਿੱਚ, ਓਮਕਾਰ ਬ੍ਰਹਮਾ ਉਤਪत्ति, ਓਮਕਾਰ ਕੀਆ ਜਿਨ ਚਿੱਤੀ, ਓਮਕਾਰ ਵੇਦ ਨਿਰਭੈ। तो मतलब है कि साडी ਜਿਹੜੀ ਟਰਮਸ ਨੇ, ਅਕਾਲ ਪੁਰਖ ਹੈ, ਵਾਹਿਗੁਰੂ ਹੈ, ਕਰਤਾ ਪੁਰਖ ਹੈ, ਇਹ ਸਾਨੂੰ ਟਰਾਂਸਲੇਟ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਟਰਾਂਸਲੇਟ ਕਰਾਂਗੇ ਤੇ ਕ੍ਰਿਸਚੀਅਨ ਥਿਓਲੋਜੀ ਵੱਲ ਸਾਡੀ ਗੱਲ ਚਲੀ ਜਾਏਗੀ, ਵੀ ਵਿਲ ਮਿਸ ਦਾ ਪੁਆਇੰਟ। ਸੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਗੁਰੂ ਸਾਹਿਬਾਨ ਨੇ ਜਿਹੜੀ ਸਨਾਤਨੀ ਜੀਵਨ ਜਾਚ ਦੇ ਵਿੱਚੋਂ ਬੇਸਿਕ ਗੱਲ ਲੈ ਲਈ ਹੈ। ਹੁਣ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਜਿਹੜਾ ਉਹ ਸਭ ਤੋਂ ਪੁਰਾਣੇ ਜਿਹੜੇ ਭਗਤ ਨੇ ਉਹਨਾਂ ਵਿੱਚੋਂ ਆਉਂਦੇ ਨੇ। ਭਗਤ ਨਾਮਦੇਵ ਜੀ ਜਿਹੜੇ ਨੇ ਉਹ ਦੇਖੋ, ਉਹ ਜਿਹੜੀ ਥਿਊਰੀ ਆਫ ਕ੍ਰੀਏਸ਼ਨ ਜਿਹੜੀ ਹੁਣ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਕਿ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ, ਇਹਦੇ ਜਿਹੜਾ ਲਾਸਟ ਪੁਆਇੰਟ ਸੀਗਾ ਨਾ ਕਿ ਘੱਟ ਘੱਟ ਆਪ ਸਮੋਏ, ਕਿ ਉਸ ਸਾਚੇ ਨੇ ਜਿਹੜਾ ਇਹ ਸੰਸਾਰ ਬਣਾਇਆ ਤੇ ਉਹਦੇ ਵਿੱਚ ਆਪਣੇ ਆਪ ਨੂੰ ਘੱਟ ਘੱਟ ਦੇ ਵਿੱਚ ਸਮੋ ਦਿੱਤਾ। ਇਹ ਗੱਲ ਅਬਰਾਹਮਿਕ ਸਿਵਲਾਈਜੇਸ਼ਨ ਚ ਐਕਸੈਪਟਡ ਨਹੀਂ ਹੈ, ਕਿਉਂਕਿ ਉਹਦੇ ਚ ਗॉड ਜਿਹੜਾ ਨਾ ਉਹ ਹੋਲੀ ਅਦਰ ਹੈ, ਉਹ ਵਿੱਚ ਨਹੀਂ ਆ ਸਕਦਾ। ਲੇਕਿਨ ਇਹਦਾ ਮਤਲਬ ਫਰਕ ਸਾਡਾ ਇਹ ਹੋ ਗਿਆ। ਅੱਛਾ, ਹੁਣ ਦੇਖੋ ਗੁਰੂ ਨਾਨਕ ਦੇਵ ਜੀ ਜਦੋਂ ਕਹਿੰਦੇ ਨਾ ਕਿ ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ, ਕਿ ਬੰਦੇ ਦੇ ਆਪੇ ਦੇ ਵਿੱਚ ਸਾਡਾ ਜਿਹੜਾ ਕਨਸੈਪਚੁਅਲ ਫਰੇਮਵਰਕ ਹੈ ਨਾ, ਕਿ ਇੱਕ ਸਾਡਾ ਸੈਲਫ ਹੈ, ਇੱਕ ਪਰਮਾਤਮਾ, ਆਤਮਾ ਤੇ ਪਰਮਾਤਮਾ, ਗॉड ਦੇ ਨਾਲ ਬਹੁਤ ਡਿਫਰੈਂਟ ਗੱਲ ਹੈਗੀ ਜੀ। ਆਤਮ ਤੇ ਪਰਮਾਤਮ ਚ ਕੀ ਫਰਕ ਹੈ ਕਿ ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ, ਕਿ ਜਿਹੜਾ ਬੰਦੇ ਦੇ ਅੰਦਰ ਸੈਲਫ ਦੇ ਵਿੱਚ ਉਹ ਇੱਕ ਵਿਰਾਟ ਸੈਲਫ ਪਿਆ ਹੋਇਆ ਹੈ। ਇਹ ਗੱਲ ਤੁਸੀਂ ਦੇਖੋ ਭਗਤ ਨਾਮਦੇਵ ਜੀ ਬਹੁਤ ਖੂਬਸੂਰਤ ਅੰਦਾਜ਼ ਵਿੱਚ ਕਹਿੰਦੇ ਨੇ ਕਿ ਜਿਹੜਾ ਉਹ ਕਹਿੰਦੇ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਸੂਤ ਏਕ ਮਣੀ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਯਾਨੀ ਸਾਡੀ ਜਿਹੜੀ ਜੀਵਨ ਫਿਲਾਸਫੀ ਦੇ ਵਿੱਚ ਭਗਤਾਂ ਨੂੰ ਵੀ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ 'ਚ ਥਾਂ ਦਿੱਤੀ ਹੋਈ ਹੈ ਨਾ। 6 ਗੁਰੂ ਸਾਹਿਬਾਨ ਨੇ, 15 ਭਗਤ ਨੇ, ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਵੇਦ ਜਿਹੜੇ ਨੇ ਉਹ ਸਾਡੀ ਕਲਾਸੀਕਲ ਗਿਆਨ ਪਰੰਪਰਾ ਦਾ ਪਹਿਲਾ ਗ੍ਰੰਥ ਹੈ, ਔਰ ਉਹ ਪੰਜਾਬ ਦੀ ਭਾਰਤ ਨੂੰ ਦੇਣ ਹੈ, ਕਿਉਂਕਿ ਸਪਤ ਸਿੰਧੂ ਦੇ ਖੇਤਰ ਦੇ ਵਿੱਚ ਵੇਦ ਜਿਹੜੇ ਨੇ ਉਹ ਰਚੇ ਗਏ ਨੇ, ਔਰ ਰਿਸ਼ੀ ਜਿਹੜੇ ਨੇ ਉਹ ਬ੍ਰਹਿਮੰਡ ਦੀ ਜਿਹੜੀ ਚਿੰਤਾ ਦੇ ਵਿੱਚੋਂ, ਚੇਤਨਾ ਦੇ ਵਿੱਚੋਂ ਉਹਦੇ ਨਾਲ ਡਾਇਲੌਗ ਰਚਾ ਕੇ ਆਪਣੀ ਗੱਲ ਕਰਦੇ ਨੇ। ਔਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਨਾ ਉੱਥੇ ਵੇਦ ਨੂੰ ਪੜ੍ਹਾਉਣ ਦਾ ਵੀ ਇੱਕ ਹੈਗਾ ਕੰਪੈਰੇਟਿਵ ਰਿਲੀਜਨ ਦੇ ਵਿੱਚ, ਉੱਥੇ ਮੈਂ ਦੇਖਿਆ ਕਿ ਜਿਹੜਾ ਰਿਗਵੇਦ ਦੇ ਵਿੱਚ ਇੱਕ ਨਾਸਦੀ ਸੂਕਤ ਰਚਨਾ ਹੁੰਦੀ ਹੈ। ਮੈਂ ਉਹਦਾ ਪੰਜਾਬੀ ਅਨੁਵਾਦ ਕੀਤਾ ਨਾ, ਜਦੋਂ ਮੈਂ ਕਰਨ ਲੱਗਿਆ ਮੈਨੂੰ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਜਦੋਂ ਇਹ ਕਹਿੰਦੇ ਨੇ ਨਾ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ, ਕਾਣੀ ਨਾ ਬਾਣੀ ਪੌਣ ਨਾ ਪਾਣੀ, ਉਪਤ ਖਪਤ ਨਾ ਆਵਨ ਜਾਣੀ। ਮੈਨੂੰ ਇੱਕਦਮ ਹੈਰਾਨੀ ਹੋਈ ਕਿ ਜਿਹੜਾ ਸਾਡਾ ਰਿਗਵੇਦ ਦਾ ਰਿਸ਼ੀ ਹੈ ਨਾ, ਨਾਸਦੀ ਸੂਕਤ ਦੇ ਵਿੱਚ ਮੈਂ ਉਹਦਾ ਪੰਜਾਬੀ 'ਚ ਕਾਵ ਅਨੁਵਾਦ ਕੀਤਾ ਹੈ। ਉਹਦੇ 'ਚ ਆਉਂਦਾ ਕਿ ਅਸਤ ਨਹੀਂ ਸੀ ਤਦੋਂ। ਮੈਂ ਸੰਸਕ੍ਰਿਤ 'ਚ ਵੀ ਬੋਲ ਸਕਦਾ, ਪਰ ਮੈਨੂੰ ਲੱਗਦਾ ਉਹਦਾ ਕੋਈ ਫਾਇਦਾ ਨਹੀਂ ਹੋਣਾ। ਥੋੜੀ ਜਿਹੀ ਮੈਂ ਗੱਲ ਉਹ ਸੰਸਕ੍ਰਿਤ ਵੀ ਮੈਂ ਗੱਲ ਕਹਿਣਾ ਚਾਹੁੰਦਾ, ਜੇ ਉਹਨੂੰ ਆਰਾਮ ਨਾਲ ਪੜ੍ਹੋ ਨਾ, ਹਲਕੇ ਹਲਕੇ, ਤੁਹਾਨੂੰ ਪੁਰਾਣੀ ਪੰਜਾਬੀ ਲੱਗੇਗੀ। ਨਾ ਅਸਤ ਆਸੀਤ ਨਾਉ ਸਤ ਆਸੀਤ ਤਦਾਨੀਮ, ਸਤ ਅਸਤ ਤਦਾਨੀਮ ਮੈਨੇ ਤਦੋਂ, ਸਤ ਤੇ ਅਸਤ ਅਸੀਂ ਜਾਣਦੇ। ਉਹਦਾ ਮੈਂ ਥੋੜਾ ਜਿਹਾ ਤੁਹਾਨੂੰ 2 ਲਾਈਨਾਂ ਤੁਹਾਨੂੰ ਪੰਜਾਬੀ ਅਨੁਵਾਦ ਵਿੱਚ ਮੈਂ ਕੀਤੀਆਂ ਨੇ। ਜਿਹੜਾ ਗੁਰੂ ਨਾਨਕ ਦੇਵ ਜੀ ਦੀ ਮੈਂ ਹੁਣੇ ਤੁਹਾਨੂੰ ਦੱਸਿਆ ਸੀ ਸ੍ਰਿਸ਼ਟੀ ਰਚਨਾ ਜਿਹੜੀ ਆ ਉਸ ਕਿਵੇਂ ਹੋਈ, ਕਿ ਸਾਰੇ ਅਰਬਦ ਨਰਬਦ ਧੁੰਦੂਕਾਰ ਸੀਗਾ, ਉਹਦੇ ਵਿੱਚੋਂ ਪੈਦਾ ਹੋਈ ਜੀ। ਅੱਛਾ, ਉਹਦੇ 'ਚ ਜਿਹੜਾ ਰਿਸ਼ੀ ਕਹਿੰਦਾ, ਉਹ ਕਹਿੰਦਾ ਅਸਤ ਨਹੀਂ ਸੀ ਤਦੋਂ, ਨਾ ਹੀ ਸਤ ਸੀ, ਅੰਬਰ ਨਹੀਂ ਸੀ, ਨਾ ਹੀ ਪਾਰ ਫੈਲਿਆ ਮਹਾ ਆਕਾਸ਼, ਕੱਜਿਆ ਕੀ ਸੀ ਤੇ ਕਿੱਥੇ,
ਕਿਸ ਨੇ ਥੰਮਿਆ ਸੀ ਇਸ ਨੂੰ, ਤਦੋਂ ਤਾਂ ਅਗਮ ਅਗਾਧ ਜਲ ਵੀ ਕਿੱਥੇ ਸੀ। ਮੌਤ ਨਹੀਂ ਸੀ ਤਦੋਂ, ਨਾ ਹੀ ਅਮਰ ਜੀਵਨ, ਦਿਨ ਤੇ ਰਾਤ ਦਾ ਸੰਕੇਤ ਨਹੀਂ ਸੀ ਕੋਈ। ਨਾ ਮ੍ਰਿਤਿੂ ਆਸੀ ਤੇ ਅੰਮ੍ਰਿਤਮ ਨਾ ਤਰਹੀ। ਮਤਲਬ ਜਿਹੜਾ ਗੁਰੂ ਜੀ ਕਹਿੰਦੇ ਨੇ ਨਾ ਕਿ ਚੰਦ ਨਾ ਸੂਰਜ, ਤੇ ਮੈਨੂੰ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਸਨਾਤਨ ਦੀ ਜਿਹੜੀ ਦਾਰਸ਼ਨਿਕ ਪਰੰਪਰਾ ਹੈ ਉਹਦੇ ਨਾਲ ਸੰਵਾਦ ਰਚਾ ਰਹੇ ਨੇ। ਦੇਖੋ, ਜਦੋਂ ਸਾਡੇ ਦੇਸ਼ ਦੇ ਵਿੱਚ ਇੱਕ ਗਿਆਨ ਦੀ ਪਰੰਪਰਾ ਜਿਹੜੀ ਹੈ ਹਜ਼ਾਰਾਂ ਸਾਲਾਂ ਤੋਂ, ਅੱਜ ਕੱਲ੍ਹ ਤਾਂ ਮੈਂ ਭਾਰਤੀ ਸਭਿਅਤਾ ਬਾਰੇ ਜਦੋਂ ਇੱਕ ਕਿਤਾਬ ਲਿਖ ਰਿਹਾ ਤੇ ਮੈਨੂੰ ਲੱਗਿਆ ਕਿ ਹੜੱਪਾ ਤੇ ਮੋਹਿੰਜੋਦੜੋ ਤੋਂ ਪਹਿਲਾਂ ਮੇਹਰਗੜ੍ਹ ਤੇ ਇੱਧਰ ਜਿਹੜਾ ਹਰਿਆਣੇ ਦੇ ਵਿੱਚ ਰਾਖੀਗੜ੍ਹੀ ਤੇ ਭਿਰੜਾਣਾ, ਇਹ ਈਸਾ ਦੇ ਜਨਮ ਤੋਂ 7000 ਸਾਲ ਪਹਿਲਾਂ ਇਹਨਾਂ ਦੀ ਰੇਡੀਓ ਕਾਰਬਨ ਡੇਟਿੰਗ ਨਾਲ ਡੇਟ ਮਿਥੀ ਗਈ ਹੈ। ਇਹਦਾ ਮਤਲਬ ਹੈ ਕਿ ਸਾਡੀ ਸਭਿਅਤਾ ਜਿਹੜੀ ਸਪਤ ਸਿੰਧੂ ਦੇ ਵਿੱਚ ਪੈਦਾ ਹੋਈ ਹੈ, ਜਿਹਦੇ ਵਿੱਚ ਗਿਆਨ ਗ੍ਰੰਥ ਜਿਹੜਾ ਨਾ ਉਹ ਰਿਗਵੇਦ ਹੈ, ਤੇ ਉਸ ਰਿਗਵੇਦ ਦੀ ਜਿਹੜੀ ਫਿਲਾਸਫੀ ਹੈ ਉਹ ਕੰਟੀਨਿਊ ਕਰਦੀ ਹੈ। ਮਤਲਬ ਇਹ ਮੈਨੂੰ ਪਤਾ ਨਹੀਂ, ਅੱਜ ਅਸੀਂ ਆਪਣੇ ਆਪ ਨੂੰ ਵੱਖਰਾ ਸਿੱਧ ਕਰਨ ਲਈ ਕੋਸ਼ਿਸ਼ਾਂ ਕਰਦੇ ਹਾਂ ਵੀ ਨਹੀਂ ਅਸੀਂ ਵੀ ਦੇਖੋ ਵੱਖਰੇ ਤਾਂ ਅਸੀਂ ਹੈਗੇ ਹਾਂ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਸਾਡਾ ਪੰਥ ਵੱਖਰਾ, ਮਤ ਵੱਖਰਾ, ਪਰ ਭਾਈ ਅਸੀਂ ਇਕੱਠੇ ਵੀ ਹਾਂ। ਮੈਂ ਤਾਂ ਇਹ ਗੱਲਾਂ ਕਰਦੇ ਰਹਾਂਗਾ, ਤੁਸੀਂ ਮਤਲਬ ਮੈਨੂੰ ਵਿੱਚ ਟੋਕ ਦਿਆ ਕਰੋ। ਹਾਂਜੀ ਮੈਂ ਇੰਨੀ ਦੇਰ ਤੋਂ ਲੱਗੇ ਹਾਂ ਤੇ ਮੈਨੂੰ ਤਾਂ ਜਨੂਨ ਹੈ। ਜਦੋਂ ਮੈਂ ਬਾਣੀ ਪੜ੍ਹਦਾ ਮੈਨੂੰ ਸ਼ਾਸਤਰ ਯਾਦ ਆਉਂਦੇ ਨੇ, ਤੇ ਜਦੋਂ ਸ਼ਾਸਤਰ ਪੜ੍ਹਦਾ ਮੈਨੂੰ ਬਾਣੀ ਯਾਦ ਆਉਂਦੀ। ਤੁਸੀਂ ਮੈਨੂੰ ਕੋਈ ਸਵਾਲ ਤੁਹਾਡੇ ਕੋਲ ਕੀ ਕੁਐਸਚਨ ਹੈਗਾ ਪ੍ਰੋਫੈਸਰ ਸਾਹਿਬ ਵਾਸਤੇ? ਜੀ ਨਹੀਂ ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਔਰ ਤੁਸੀਂ ਭਾਈ ਗੁਰਦਾਸ ਦਾ ਕਿਹਾ, ਤੇ ਇਫ ਵੀ ਅੰਡਰਸਟੈਂਡ ਇਟ ਕਿ ਜਿਹੜਾ ਸਾਡੀ ਸਭਿਅਤਾ ਹੈ ਉਹ ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰਦੀ ਹੈ, ਤੇ ਉੱਥੇ ਜਿਹੜਾ ਹੈ, ਤੇ ਹੁਣ ਅਸੀਂ ਕਹਿਣਾ ਸ਼ੁਰੂ ਕਰਤਾ ਕਿ ਬੇਸਿਕਲੀ ਬੇਅਦਬੀ, ਬੇਸਿਕਲੀ ਬਿਕੋਜ਼ ਵੀ ਸੈਲੀਬ੍ਰੇਟ ਡਾਇਵਰਸਿਟੀ, ਬਲਾਸਫੇਮੀ ਦਾ ਕੋਈ ਕਨਸੈਪਟ ਹੀ ਨਹੀਂ। ਹੁਣ ਸਿੱਖ ਧਰਮ ਨੂੰ ਅਸੀਂ ਕਹਿੰਦੇ ਹਾਂ ਕਿ ਅਬਦਾਲੀ ਤੋਂ ਖਤਰਾ ਸੀ, ਔਰੰਗਜ਼ੇਬ ਤੋਂ ਖਤਰਾ ਸੀ, ਬਟ ਦ ਬਿਗੇਸਟ ਥ੍ਰੈਟ that I understand ਉਹ ਗੁਰੂ ਘਰ ਦੇ 3 ਵੱਡੇ ਭਰਾਵਾਂ ਤੋਂ ਸੀ, ਪ੍ਰਿਥੀ ਚੰਦ, ਰਾਮ ਰਾਏ ਤੇ ਕੀ ਕਹਿੰਦੇ ਧੀਰਮਲ, ਰਾਈਟ। ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਗੁਰੂ ਨਹੀਂ ਮੰਨਦੇ, ਔਰ ਲੋਕ ਉਹਨਾਂ ਕੋਲ ਚਲੇ ਵੀ ਗਏ, ਉਹਨਾਂ ਨੇ ਗੁਰਦੁਆਰੇ ਵੀ ਕਬਜ਼ਾ ਕਰ ਲਏ, ਬਟ ਗੁਰੂਆਂ ਨੇ ਕਦੇ ਉਹਨਾਂ ਨੂੰ ਗਾਲ ਨਹੀਂ ਕੱਢੀ, ਉਹਨਾਂ ਨੂੰ ਵੀ ਕਦੇ ਬਲਾਸਫੀਮਰ ਨਹੀਂ ਕਿਹਾ। ਤੇ ਇੱਥੇ ਜਿਹੜਾ ਵਰਡ ਸਕਿਜ਼ਮ ਆਉਂਦਾ ਉਹ ਬੇਸਿਕਲੀ ਆਉਂਦਾ ਹੈ ਕਿ ਚਰਚ ਜਿਵੇਂ ਹੋ ਗਏ, ਤੇ ਅਸੀਂ ਹਮੇਸ਼ਾ ਡਾਇਵਰਸਿਟੀ ਨੂੰ ਸੈਲੀਬ੍ਰੇਟ ਕੀਤਾ। ਹੁਣ ਜਿਵੇਂ ਸਿੱਖ ਵੀ ਹੈ, ਤੇ ਅਸੀਂ ਵੀ ਜੇ ਸ਼ੁਰੂ ਸੀ, ਹੁਣ ਜਿਵੇਂ ਤੁਸੀਂ ਕਹੇ ਨਾਨਕ ਨਿਰਮਲ ਪੰਥ ਭਾਈ ਗੁਰਦਾਸ ਕਹਿੰਦੇ, ਤੇ ਸਿੱਖਾਂ ਵਿੱਚ ਵੀ ਜਿਵੇਂ ਸਾਡਾ ਜਿਹੜਾ ਪੰਥ ਹੈ ਉਹਦੇ ਵਿੱਚ ਵੀ ਬੜੀ ਪਰੰਪਰਾਵਾਂ ਨੇ, ਜਿਵੇਂ ਨਿਰਮਲਿਆਂ ਦਾ ਹੈ, ਉਹਨਾਂ ਬਾਰੇ ਵੀ ਥੋੜਾ ਸਾਨੂੰ ਚਾਨਣ ਪਾਓ ਕਿ ਇਹ ਨਿਰਮਲਿਆਂ ਦੀ ਕੀ ਪਰੰਪਰਾ ਹੈ, ਤੇ ਹੋਰ ਜਿਹੜੀ ਪਰੰਪਰਾ ਹੈ ਖਾਲਸੇ ਤੋਂ ਵੱਖ, ਐਂਡ ਵੀ ਸ਼ੁਡ ਆਲਸੋ ਸੈਲੀਬ੍ਰੇਟ ਦੈਟ ਇਫ ਵੀ ਆਰ ਚਿਲਡਰਨ ਆਫ ਦੈਟ ਸਿਵਲਾਈਜੇਸ਼ਨ। ਦੇਖੋ ਜੀ, ਇਹ ਬਹੁਤ ਤੁਸੀਂ ਵਧੀਆ ਸਵਾਲ ਉਠਾਇਆ ਹੈ ਪੁਨੀਤ ਜੀ। ਦੇਖੋ, ਗੁਰੂ ਗੋਬਿੰਦ ਸਿੰਘ ਜੀ ਜਦੋਂ ਖਾਲਸਾ ਪੰਥ ਦੀ ਰਚਨਾ ਸਾਜਨਾ ਕਰ ਰਹੇ ਸਨ, ਇਹ ਗੱਲ ਨਾ ਕਈ ਵਾਰ ਅਸੀਂ ਭੁੱਲ ਰਹੇ ਹਾਂ, ਕਈ ਵਾਰ ਜਾਣ ਕੇ ਭੁਲਾਉਣਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਕਰਨ ਦਾ ਜਿਹੜਾ ਉਹਨਾਂ ਦਾ ਮਨੋਰਥ ਹੈ, ਉਹ ਹੈ ਇੱਕ ਜ਼ਾਲਮ ਸਿਸਟਮ, ਮੁਗਲਿਆ ਪ੍ਰਬੰਧ, ਉਸ ਦੀ ਜਿਹੜੇ ਜ਼ੁਲਮ ਨੇ, ਜ਼ੁਲਮ ਕੀ ਹੈ ਕਿ ਬੰਦੇ ਦੀ ਆਸਥਾ ਨੂੰ ਖਤਮ ਕਰ ਰਹੇ, ਜਬਰੀ ਧਰਮ ਪਰਿਵਰਤਨ ਕਰ ਰਹੇ ਹੈ, ਔਰ ਉਹਨਾਂ ਦਾ ਸੱਭਿਆਚਾਰਕ ਦਮਨ ਕਰ ਰਿਹਾ ਹੈ। ਇਸ ਗੱਲ ਨੂੰ ਕਈ ਵਾਰ ਨਾ ਸਾਨੂੰ ਪੜ੍ਹਾਇਆ ਨਹੀਂ ਜਾਂਦਾ, ਪਤਾ ਨਹੀਂ ਕਿਉਂ। ਸਾਡੀ ਸਾਨੂੰ ਸੈਕੂਲਰਿਜ਼ਮ ਦੀ ਗੁੜਤੀ ਜੀ ਦੇ ਕੇ ਨਾ ਸਾਨੂੰ ਜਿਹੜਾ ਇਤਿਹਾਸ ਦਾ ਸੱਚ ਹੈ ਉਸ ਤੋਂ ਮਹਿਰੂਮ ਕੀਤਾ। ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਕਹਿੰਦੇ ਨੇ ਨਾ ਕਿ ਬਾਬੇ ਕੇ ਬਾਬਰ ਕੇ ਦੋ, ਜੋ ਆਪ ਕਰੇ ਪਰਮੇਸ਼ਰ ਸੋ, ਗੁਰੂ ਗੋਬਿੰਦ ਸਿੰਘ ਜੀ ਤਾਂ ਉਸ ਸਾਰੀ ਸੰਘਰਸ਼ ਦੇ ਵਿੱਚ ਉਹ ਖੁਦ ਉਸ ਦੇ ਵਿੱਚੋਂ ਲੰਘੇ ਹੋਏ ਨੇ, ਪਿਤਾ ਵਾਰਿਆ ਤੇ ਲਾਲ ਚਾਰੇ ਵਾਰੇ। ਉਹ ਗੁਰੂ ਗੋਬਿੰਦ ਸਿੰਘ ਜਿਹੜੇ ਨੇ, ਉਹ ਇਹ ਮੈਂ ਉਹਨਾਂ ਦੀ ਬਾਣੀ ਕੋਟ ਕਰ ਰਿਹਾ, ਜਿਹੜੀ ਉਹਨਾਂ ਨੇ ਜਿਹੜਾ ਬਚਿੱਤਰ ਨਾਟਕ ਦੇ ਵਿੱਚ ਆਟੋਬਾਇਓਗ੍ਰਾਫੀਕਲ ਰਚਨਾ ਦੇ ਵਿੱਚ ਕਹਿੰਦੇ ਨੇ ਕਿ ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਬਾਬਰ ਤੋਂ ਗੱਦੀ ਚੱਲਦੀ ਹੈ ਜਿਹੜੀ ਔਰੰਗਜ਼ੇਬ ਤੱਕ ਆਉਂਦੀ ਹੈ, ਤੇ ਉਧਰੋਂ ਬਾਬਿਆਂ ਕੋਲੋਂ ਗੱਦੀ ਚੱਲਦੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਤੱਕ ਆਉਂਦੀ ਹੈ। ਤੇ ਇਹਨਾਂ ਦੇ ਵਿੱਚ ਟਕਰਾਓ ਕਿਸ ਗੱਲ ਦਾ ਹੈ ਕਿ ਇੱਕ ਇਨਟੋਲਰੈਂਟ ਸਿਸਟਮ ਹੈ, ਜਿਹੜਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਮਤਲਬ ਹੈ ਕਿ ਆਦਿ ਪੁਰਖ ਕੋ ਅੱਲਾ ਕਹੀਏ
ਸ਼ੇਖਾਂ ਆਈ ਬਾਰੀ। ਇਸ ਗੱਲ ਨੂੰ ਅਸੀਂ ਨਾ ਕਿ ਚੇਤੇ ਨਹੀਂ ਕਰਦੇ। ਮਤਲਬ ਹੈ ਕਿ ਮੈਨੂੰ ਲੱਗਦਾ ਕਿ ਸਿੱਖ ਪੰਥ ਦਾ ਜਿਹੜਾ ਸੰਘਰਸ਼ ਹੈ ਉਹ ਉਸ ਜਿਹੜਾ ਇੱਕ ਜਿਹਨੂੰ ਕਹਿੰਦੇ ਨੇ ਸਿੰਗੂਲਰ ਪੁਆਇੰਟ ਆਫ ਵਿਊ ਦੇ ਖਿਲਾਫ ਹੈ। ਜਿਹੜੀ ਸਾਡੀ ਪਲੂਰਲਿਸਟਿਕ ਸੋਚ ਹੈ ਉਸ ਨੂੰ ਢਾਹ ਲੱਗੀ ਹੈ। ਭਾਈ ਸੰਤੋਖ ਸਿੰਘ ਦੀਆਂ ਲਾਈਨਾਂ ਤੁਸੀਂ ਸੁਣੋ। ਭਾਈ ਸੰਤੋਖ ਸਿੰਘ ਸਾਡਾ ਪੰਜਾਬੀ ਇਤਿਹਾਸਕਾਰ ਹੈ। ਉਹ ਕਹਿੰਦੇ ਨੇ ਛਾਏ ਜਾਤੀ ਏਕਤਾ ਅਨੇਕਤਾ ਵਿਲਾਏ ਜਾਤੀ ਹੋਵਤੀ ਕੁਚੀਲਤਾ ਕੁਰਾਨ ਔਰ ਕਤੇਬ ਕੀ। ਗੁਰੂ ਗੋਬਿੰਦ ਸਿੰਘ ਬਾਰੇ ਦੱਸ ਰਹੇ ਨੇ ਜੇ ਗੁਰੂ ਗੋਬਿੰਦ ਸਿੰਘ ਨਾ ਆਏ ਹੁੰਦੇ ਤੇ ਕੀ ਹੋਣਾ ਸੀ। ਇਹ ਭਾਈ ਸੰਤੋਖ ਸਿੰਘ ਨੇ ਉਹਦੇ ਚ ਕਾਵ ਜਿਹਨੂੰ ਕਾਵ ਚੂੜਾਮਣੀ ਕਿਹਾ ਜਾਂਦਾ ਉਹ ਗੁਰੂ ਗੋਬਿੰਦ ਸਿੰਘ ਬਾਰੇ ਉਹਨਾਂ ਦੀਆਂ ਇੰਨੀਆਂ ਖੂਬਸੂਰਤ ਪੰਕਤੀਆਂ ਨੇ ਔਰ ਇੰਨਾ ਸੱਚ ਉਹਦੇ ਚ ਪਿਆ ਹੈ ਜਿਹਨੂੰ ਅਸੀਂ ਅੱਜ ਭੁਲਾਇਆ ਜਾ ਰਿਹਾ ਸੀ। ਮਤਲਬ ਨਾ ਆਪਣੇ ਉਸ ਰੂਅਲ ਸੱਚ ਨੂੰ ਅਸੀਂ ਅੱਖੋਂ ਉਹਲੇ ਕਰਕੇ ਪਤਾ ਨਹੀਂ ਕਿਹੜੀ ਗੱਲ ਕਿਹਦੀ ਖੁਸ਼ਨੁਮੀ ਕਰਨੇ ਚ ਉਹਨਾਂ ਦੀ ਗੱਲ ਦੇਖਣ ਵਾਲੀ ਹੈ। ਅੱਜ ਤਾਂ ਨਹੀਂ ਲਿਖਿਆ ਉਹਨਾਂ ਨੇ 150 ਸਾਲ ਪਹਿਲਾਂ ਲਿਖਿਆ। ਉਹ ਕਹਿੰਦੇ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਨਾ ਆਏ ਹੁੰਦੇ ਤਾਂ ਛਾਏ ਜਾਂਦੀ ਏਕਤਾ ਹੋ ਜਾਣੇ ਸੀ ਅਨੇਕਤਾ ਵਿਲਾਏ ਜਾਂਦੀ। ਜਿਹੜੀ ਪਲੂਰੈਲਿਟੀ ਹੈ ਉਹ ਖਤਮ ਹੋ ਜਾਣੀ ਸੀ। होबती कुचीलता कुरान और कतेब की पाप पर पक जाते धर्म दशक जाते साहित्य विधान की देवी देव देहरा संतोख सिंह दूर होते रीत मिट जाती कथा बेदन पुराण की गुरु गोबिंद सिंह पावन परम शूर मूरत न होती जो करुणा निदान की। गुरु गोबिंद सिंह दा आगमन ਜਿਹੜਾ ਹੈ ਉਹ ਉਸ ਜ਼ੁਲਮ ਦੇ ਖਿਲਾਫ ਹੈ ਜਿਹੜਾ ਦੂਸਰੇ ਬੰਦੇ ਦੀ ਆਸਥਾ ਨੂੰ ਜ਼ਬਰਦਸਤੀ ਬਲੀਆਮੇਟ ਕਰਨਾ ਚਾਹੁੰਦਾ ਹੈ। ਇਹ ਗੱਲ ਐਕਸੈਪਟੇਬਲ ਨਹੀਂ ਹੈਗੀ। ਅੱਜ ਤੁਸੀਂ ਦੇਖੋ ਜਿੰਨੀਆਂ ਹੈਗਾ ਨਾ ਸਿਵਲਾਈਜੇਸ਼ਨਲ ਕਲੈਸ਼ ਦਾ ਕਾਰਨ ਕੀ ਹੈ। ਮੈਂ ਤੁਹਾਡੇ ਨਾਲ ਮੈਂ ਤਾਂ ਇਹਦੇ ਬਾਰੇ ਕਿਤਾਬ ਲਿਖੀ ਹੈ ਇੱਕ ਇੰਟਰਫੇਥ ਡਾਇਲੌਗ ਇਨ ਗੁਰੂ ਗ੍ਰੰਥ ਸਾਹਿਬ ਸਿਵਲਾਈਜੇਸ਼ਨਲ ਕੰਟੈਕਸਟ। ਜਿਹੜਾ ਅੱਜ ਦਾ ਜਿਹੜਾ ਚਿੰਤਕ ਹੈ ਨਾ ਸੈਮੂਅਲ ਹੰਟਿੰਗਟਨ ਉਸਨੇ ਕਿਹਾ ਵੀ ਜਿਹੜਾ ਆਉਣ ਵਾਲਾ ਯੁੱਗ ਹੈ ਕਲੈਸ਼ ਆਫ ਸਿਵਲਾਈਜੇਸ਼ਨ ਦਾ ਹੋਏਗਾ। ਉਸਨੇ ਇੱਕ ਗੱਲ ਬੜੀ ਕਮਾਲ ਦੀ ਕਹੀ ਹੈ। ਉਹ ਕਹਿੰਦਾ ਕਿ ਕਿਉਂ ਹੋਏਗਾ ਇਹ। ਉਹ ਕਹਿੰਦਾ ਇਹ ਇਸ ਕਰਕੇ ਦਿਸ ਕਲੈਸ਼ ਵਿਲ ਬੀ ਬਿਟਵੀਨ ਵੈਸਟਰਨ ਕ੍ਰਿਸਚੀਅਨਿਟੀ ਐਂਡ ਰੀਸਰਜੈਂਟ ਇਸਲਾਮ। ਸੱਚ ਬੋਲਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਇਹ ਮੈਂ ਉਹਦੀ ਗੱਲ ਕਰ ਰਿਹਾ ਤੁਸੀਂ ਪੜ੍ਹ ਲਓ। ਉਸਨੇ ਕਿਹਾ ਵੀ ਇਹ ਕਿਉਂ ਨੇ ਕਿਉਂਕਿ ਕਹਿੰਦਾ ਇਹ ਦੋਵੇਂ ਹੀ ਜਿਹੜੇ ਰਿਲੀਜਨ ਨੇ ਇਹ ਪ੍ਰੋਜ਼ਲਿਟਾਈਜ਼ਿੰਗ ਰਿਲੀਜਨ ਨੇ। ਇਹ ਅੱਜ ਦੇ ਪ੍ਰਸੰਗ ਦੇ ਵਿੱਚ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਦੁਨੀਆ ਦੇ ਬੰਦਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਵੀ ਕੋਈ ਪ੍ਰਬੰਧ ਕੋਈ ਧਰਮ ਕੋਈ ਸਭਿਅਤਾ ਦੂਸਰੇ ਦਾ ਦਮਨ ਕਰਦੀ ਹੈ ਯਾਨੀ ਜਿਹੜਾ ਪ੍ਰੋਜ਼ਲਿਟਾਈਜ਼ਿੰਗ ਕੀ ਹੁੰਦਾ ਜਬਰੀ ਧਰਮ ਪਰਿਵਰਤਨ ਲਾਲਚ ਦੇ ਕੇ ਤਲਵਾਰ ਦੇ ਜ਼ੋਰ ਨਾਲ। ਇਹ ਕਿਸ ਨੇ ਹੱਕ ਦਿੱਤਾ ਸਾਨੂੰ। ਸਾਡੇ ਜਿਹੜੇ ਭਾਰਤੀ ਧਰਮ ਨੇ ਸਾਡੇ ਧਰਮ ਨੇ ਉਹਨਾਂ ਵਿੱਚ ਕੋਈ ਪ੍ਰੋਜ਼ਲਿਟਾਈਜੇਸ਼ਨ ਨਹੀਂ ਹੈ। ਨਾ ਸਿੱਖ ਧਰਮ 'ਚ ਹੈ ਨਾ ਸਨਾਤਨ ਧਰਮ 'ਚ ਹੈ ਨਾ ਬੁੱਧ ਧਰਮ ਨਾਲ। ਇਹ ਫੈਲੇ ਨੇ ਆਪਣੇ ਵਿਚਾਰਾਂ ਦੀ ਉੱਤਮਤਾ ਕਰਕੇ ਆਪਣੀ ਨੈਤਿਕਤਾ ਦੇ ਉੱਤਮ ਹੋਣ ਕਰਕੇ ਜੀਵਨ ਜਾਂਚ ਦੀ ਖੂਬਸੂਰਤੀ ਕਰਕੇ ਫੈਲੇ ਨੇ। ਭਾਵੇਂ ਉਹ ਅਮਰੀਕਾ ਵਿੱਚ ਜਿਹੜਾ ਹਰਭਜਨ ਸਿੰਘ ਜੋਗੀ ਦੇ ਉਹ ਚੇਲੇ ਬਣਦੇ ਨੇ ਤਾਂ ਇਸ ਕਰਕੇ ਬਣਦੇ ਨੇ ਕਿ ਇਹ ਜੀਵਨ ਜਾਂਚ ਸਿਖਾਉਂਦੀ ਹੈ। ਇਹ ਜ਼ਬਰਦਸਤੀ ਫੜ ਕੇ ਬੰਦੇ ਨੂੰ ਨਹੀਂ ਉਹਦਾ ਮਤਲਬ ਹੈ ਕਿ ਉਹਦਾ ਧਰਮ ਪਰਿਵਰਤਨ ਨਹੀਂ ਕਰਦੀ। ਤਾਂ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜਿਹੜਾ ਸਨਾਤਨੀ ਜਿਹੜੀ ਸਭਿਅਤਾ ਹੈ ਨਾ ਉਸ ਦੇ ਗੌਰਵ ਨੂੰ ਅਸੀਂ ਭੁੱਲ ਗਏ ਹਾਂ। ਅਸੀਂ ਸਨਾਤਨੀ ਪਰੰਪਰਾ ਵਿੱਚ ਸਿਰਫ ਕਮੀਆਂ ਗਿਣਾਉਂਦੇ ਹਾਂ। ਔਰ ਇਹ ਗੱਲ ਤੁਸੀਂ ਦੇਖੋ 70 ਸਾਲ ਤੋਂ ਹੋ ਰਹੀ ਹੈ। 70 ਸਾਲ ਤੋਂ ਇਹ ਸਾਨੂੰ ਦੱਸਿਆ ਜਾ ਰਿਹਾ ਵੀ ਸਾਰੀਆਂ ਬਿਮਾਰੀਆਂ ਸਨਾਤਨ ਧਰਮ ਵਿੱਚ ਨੇ। ਜਾਤੀ ਪ੍ਰਥਾ ਹੈ ਕਰਮ ਕਾਂਡ ਹੈ। ਚਾਹੇ ਉਹ ਸਾਡੇ ਹਿਸਟੋਰੀਅਨ ਨੇ ਮੈਂ ਨਾਮ ਵੀ ਲੈ ਸਕਦਾ ਕਿਉਂਕਿ ਮੈਂ ਤਾਂ ਆਪ ਇਹਨਾਂ ਦਾ ਰਿਹਾ ਪੈਰੋਕਾਰ ਰਿਹਾ। ਮੈਨੂੰ ਵੀ ਚੰਗੇ ਲੱਗਦੇ ਸੀ ਰੋਮੀਲਾ ਥਾਪਰ ਤੇ ਇਰਫਾਨ ਹਬੀਬ ਸ਼ਰਮਾ। ਇਹ ਹੁਣ ਮਤਲਬ ਇਹ ਕਰ ਕੀ ਰਹੇ ਨੇ। ਇਹ ਕਿਸੇ ਇੱਕ ਆਈਡੀਓਲੋਜੀ ਦੀ ਕੈਦ ਦੇ ਵਿੱਚ ਕੈਦ ਹੋ ਕੇ ਇਹ ਇੱਕ ਗਲਤ ਇੰਪ੍ਰੈਸ਼ਨ ਦੇ ਰਹੇ ਨੇ। ਸਾਡੀ ਸਭਿਅਤਾ ਨੂੰ ਮਾਰਜਨਲਾਈਜ਼ ਕਰ ਰਹੇ ਨੇ ਔਰ ਉਹਨੂੰ ਵਿਕਰਤ ਕਰ ਰਹੇ ਨੇ। ਇੱਕ ਗੱਲ ਤੁਸੀਂ ਦੇਖੋ ਮੈਂ ਅੱਜ ਤੋਂ 10-12 ਸਾਲ ਪਹਿਲਾਂ CBSE ਦੀ ਕਿਤਾਬਾਂ ਵਿੱਚ ਇਹਨਾਂ ਨੇ ਲਿਖਿਆ ਹੋਇਆ ਸੀ ਕਿਉਂਕਿ ਜਿਹੜੀ ਪਹਿਲਾਂ ਦੀ ਗਵਰਨਮੈਂਟ ਸੀ ਉਹਨਾਂ ਨੇ ਠੇਕਾ ਦਿੱਤਾ ਸੀ ਇਹਨਾਂ ਲੈਫਟਿਸਟਾਂ ਨੂੰ ਕਿ ਤੁਸੀਂ ਟੈਕਸਟ ਬੁੱਕਾਂ ਬਣਾਓ ਤੇ ਉਹਨਾਂ ਨੇ ਜੋ ਅਨਰਥ ਕੀਤਾ ਉਹ ਅੱਜ ਪਤਾ ਲੱਗ ਰਿਹਾ। ਇੱਕ ਉਹਦੇ ਅਨਰਥ ਦੀ ਗੱਲ ਮੈਂ ਦੱਸਦਾ।
ਉਹਦੇ 'ਚ ਕਹਿੰਦੇ ਨੇ ਗੁਰੂ ਤੇਗ ਬਹਾਦਰ ਜਿਹੜੇ ਨੇ ਇੱਕ ਲੁਟੇਰੇ ਸਨ। ਇਹ ਗੱਲ CBSE ਦੇ ਹਿਸਟਰੀ ਦੇ ਕਿਤਾਬ ਵਿੱਚ ਅਸੀਂ ਕਢਵਾਈ ਹੈ। ਅੱਛਾ ਜੀ। ਔਰ ਦੂਸਰੇ ਕਿ ਔਰੰਗਜ਼ੇਬ ਤਾਂ ਬੜਾ ਮਹਾਨ ਬਾਦਸ਼ਾਹ ਸੀ, ਕੈਸਾ ਮਹਾਨ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸਾਰਾ ਪ੍ਰਸੰਗ ਤੁਸੀਂ ਦੇਖੋ ਕਿ ਉਹ ਇੱਕ ਐਨਮਾਸੇ ਜੰਜੂ ਤੇ ਤਿਲਕ ਨੂੰ ਕਰ ਰਿਹਾ। ਇਹ ਮੈਂ ਅਸਲ ਵਿੱਚ ਨਾ ਮੈਂ ਬਹੁਤ ਜ਼ਿਆਦਾ ਭਾਵੁਕਤਾ 'ਚ ਨਹੀਂ ਗੱਲ ਕਰਨਾ ਚਾਹੁੰਦਾ, ਮੈਂ ਸਿਰਫ ਇਹ ਗੱਲ ਕਰਨਾ ਚਾਹੁੰਦਾ ਕਿ ਸਾਡੀ ਜਿਹੜੀ ਸਿੱਖ ਧਰਮ ਦੀ ਜਿਹੜੀ ਸਾਡੀ ਪਰੰਪਰਾ ਹੈ, ਉਸ ਦਾ ਜਿੱਥੇ ਸਨਾਤਨੀ ਪਰੰਪਰਾ ਦੇ ਨਾਲ ਇੱਕ ਵਖਰੇਵਾਂ ਹੈ ਜੀ। ਔਰ ਵਖਰੇਵਾਂ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਗੱਲ ਕਹਿ ਰਿਹਾ। ਪਹਿਲਾਂ ਗੱਲ ਮੈਂ ਵੀ ਨਹੀਂ ਸੀ ਮੰਨਦਾ, ਲੇਕਿਨ ਜਿਵੇਂ ਫਰਜ਼ ਕੀਤਾ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਹੈ, ਹਾਂਜੀ, ਹਮ ਹਿੰਦੂ ਉਸਨੂੰ ਨਾ ਕਈ ਵਾਰ ਅਸੀਂ ਬਿਨਾਂ ਸਮਝੇ ਕਹਿੰਦੇ ਆ ਹਮ ਹਮ ਹਿੰਦੂ ਹਿੰਦੂ ਨਹੀਂ ਹੈ, ਹਾਂਜੀ ਪਰ ਧਿਆਨ ਨਾਲ ਪੜ੍ਹ ਕੇ ਦੇਖੋ ਉਹ ਠੀਕ ਕਹਿ ਰਿਹਾ। ਹਾਂਜੀ ਉਹ ਠੀਕ ਕਿਉਂ ਕਹਿ ਰਿਹਾ? ਉਹ ਕਹਿ ਰਿਹਾ ਕਿ ਸਿੱਖ ਧਰਮ ਤੇ ਸਨਾਤਨੀ ਧਰਮ 'ਚ ਕੁਝ ਫਿਲੋਸਫੀਕਲ ਡਿਫਰੈਂਸਿਸ ਨੇ, ਉਹ ਅਸੀਂ ਵੀ ਮੰਨਦੇ ਹਾਂ ਬਿਲਕੁਲ। ਲੇਕਿਨ ਹੁਣ ਸਵਾਲ ਇਹ ਹੈ ਕਿ ਅਸੀਂ ਵਖਰੇਵਿਆਂ ਨੂੰ ਹੀ ਫੜ ਕੇ ਅੱਗੇ ਤੁਰਦੇ ਰਹੀਏ ਜਾਂ ਕਿ ਜਿਹੜੀਆਂ ਸਮਾਨਤਾਵਾਂ ਨੇ ਜਿਹੜੀਆਂ ਬਹੁਤ ਗਹਿਰੀਆਂ ਨੇ ਹਾਂਜੀ ਔਰ ਜੀਵਨ ਜਾਚ ਦੀਆਂ ਸਮਾਨਤਾਵਾਂ ਨੇ। ਬੰਦਾ ਕੀ ਹੈ, ਬੰਦੇ ਨੇ ਕਿੱਥੇ ਜਾਣਾ ਹੈ। ਮੈਂ ਛੋਟੀ ਜਿਹੀ ਗੱਲ ਤੁਹਾਨੂੰ ਨਾ ਇੱਕ ਗੁਰੂ ਨਾਨਕ ਦੇਵ ਜੀ ਦੀ ਮੈਂ ਛੋਟੀ ਜਿਹੀ ਅਗਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂ, ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਨਾਨਕ ਦੇਵ ਜੀ ਜੀਵਨ ਤੇ ਮੌਤ ਬਾਰੇ ਕੀ ਸੋਚਦੇ ਨੇ। ਜੀ ਮੇਰੇ ਖਿਆਲ ਤੁਸੀਂ ਮੈਨੂੰ ਇਜਾਜ਼ਤ ਦਿਓਗੇ ਜੀ। ਉਹ ਕਹਿੰਦੇ ਨੇ ਕਿ ਪੌਣੇ ਪਾਣੀ अग्नि का मेल। जी। बंदा की है पौने पानी अग्नि का मेल, चंचल चपल बुद्ध का खेल, 9 दरवाजे 10वां द्वार, बुझरे ज्ञानी एहो विचार। कि जे तू ज्ञानी है ते बुझारत बुझ के की चीज है तो बंदा है। ते फिर वो गल की कहते ने कि कथता बकता सुनता सोई, आप विचारे सो ज्ञानी होई। क्या खूबसूरत ਜੀਵਨ ਜਾਚ ਦੀਆਂ ਗੱਲਾਂ ਸਾਡੀ ਬਾਣੀ 'ਚ ਨੇ। ਅਸੀਂ ਪਤਾ ਕੀ ਹੈ, ਗੁਰਬਾਣੀ ਨੂੰ ਸਿਰਫ ਸਤਿਕਾਰ ਦਿੰਦੇ ਹਾਂ, ਮਾਣ ਦਿੰਦੇ ਹਾਂ, ਉਹ ਮਾੜਾ ਨਹੀਂ ਹੈਗਾ। ਜਿਹੜੀ ਮਹਾਨ ਰਚਨਾ ਹੁੰਦੀ ਹੈ ਉਹਦਾ ਨਮਨ ਕਰਨਾ, ਸਤਿਕਾਰ। ਲੇਕਿਨ ਗੁਰੂ ਤਾਂ ਆਪ ਕਹਿੰਦੇ ਨੇ ਕਿ ਪੜ੍ਹੀਏ ਨਹੀਂ ਭੇਦ ਬੁੱਝੀਏ ਪਾਵਨਾ ਭਾਈ। ਇਹ ਡਿਸਕੋਰਸ ਹੈ, ਇਸ ਤੋਂ ਜੇ ਤੁਸੀਂ ਰੋਸ਼ਨੀ ਗ੍ਰਹਿਣ ਕਰਨੀ ਹੈ ਤੇ ਇਹਨੂੰ ਵਿਚਾਰਨਾ ਪਵੇਗਾ। ਅਗਲੀ ਲਾਈਨ ਦੇਖੋ ਤੁਸੀਂ, ਇਹ ਤਾਂ ਦੱਸਿਆ ਨਾ ਕਿ ਜੀਵਨ ਕੀ ਹੈ। ਪੁਨੀਤ ਜੀ ਤੁਸੀਂ ਦੇਖੋ ਉਹ ਮੌਤ ਦੇ ਬਾਰੇ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਦੇਹੀ ਮਾਟੀ, ਹਾਂਜੀ ਦੇਹੀ ਤਾਂ ਮਿੱਟੀ ਹੈ, ਬੋਲੇ ਪੌਣ, ਉਹਦੇ ਚ ਬੋਲਣ ਵਾਲੀ ਚੀਜ਼ ਹੈ ਉਹ ਪੌਣ ਹੈ। ਬੁੱਝਰੇ ਗਿਆਨੀ ਮੂਆ ਹੈ ਕੌਣ, ਵੀ ਮਰ ਕੌਣ ਗਿਆ। ਤੇ ਉਹਦਾ ਜਵਾਬ ਦੇਖੋ, ਖੂਬਸੂਰਤ ਜਵਾਬ ਹੈ ਜਿਹੜਾ ਅੱਜ ਦੁਨੀਆ ਦੇ ਵਿੱਚ ਕੋਈ ਉਸਨੂੰ ਰਿਫਿਊਟ ਨਹੀਂ ਕਰ ਸਕਦਾ। ਉਹ ਕਹਿੰਦੇ ਨੇ ਕਿ ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਕਿ ਬੰਦੇ ਦੇ ਅੰਦਰ ਜਿਹੜਾ ਫਾਲਸ ਈਗੋ ਹੈ ਉਹ ਮਰਦੀ ਹੈ, ਚੇਤਨਾ ਮਰਦੀ ਹੈ, ਜਿਹੜੀ ਇੰਡੀਵਿਜੂਅਲ ਹੈ। ਜਿਹੜਾ ਦੇਖਣ ਹਾਰ ਹੈ, ਹੁਣ ਤੁਸੀਂ ਦ੍ਰਿਸ਼ਟਾ ਜੀ, ਦੇਖਣ ਹਾਰ ਅੱਜ ਜਿਹੜਾ ਨਿਊਰੋ ਸਾਇੰਸ ਤੇ ਜਿਹੜੀ ਉਹ ਨਵੀਂ ਲੇਟੈਸਟ ਖੋਜ ਆ ਰਹੀ ਹੈ ਨਾ, ਉਹ ਓਬਜ਼ਰਵਰ ਨੂੰ ਸਮਝ ਰਹੀ ਹੈ। ਤੇ ਉਹ ਗੁਰੂ ਜੀ ਨੇ ਉਹਦੇ ਬਾਅਦ ਲਾਸਟ ਵਿੱਚ ਜਿਹੜੀਆਂ ਹੋਰ ਕਮਾਲ ਦੀਆਂ ਗੱਲਾਂ ਕਹੀਆਂ ਨੇ ਕਿ ਹੋ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ, ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨਾ ਆਇਆ। ਜਿਹੜੀ ਗੱਲ ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ, ਜਿੱਥੇ ਸਨਾਤਨੀ ਪਰੰਪਰਾ ਨਾਲ ਜੁੜਦੀ ਹੈ, ਭਗਵਤ ਗੀਤਾ ਦੀਆਂ ਪੰਕਤੀਆਂ ਮੈਨੂੰ ਯਾਦ ਆ ਗਈਆਂ। ਇਹ ਗੱਲ ਜਿਹੜੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ, ਮਰਤਾ ਤੇ ਜਮਦਾ ਮੈਨੂੰ ਨਜ਼ਰ ਨਹੀਂ ਆਇਆ। ਤੇ ਭਗਵਤ ਗੀਤਾ ਵਿੱਚ ਕੀ ਲਿਖਿਆ ਹੋਇਆ ਹੈ, ਨਾ ਜਾਏ ਤੇ ਮਰੀਏ ਤੇ ਵਾ, ਕਦਾਚਿਨ ਨਾਇਮ ਭੂਤਵਾ, ਨਾ ਭਵਿਤਾ ਵੂ ਨਾ ਭਾਈਆ, ਅਜੋ ਨਿत्य शाश्वतो ਅਮ ਪੁਰਾਣੋ, ਨਾ ਹੰਨੇ ਤੇ ਹੰਨੇ ਮਾਨੇ ਸ਼ਰੀਰ। ਭਗਵਾਨ ਕ੍ਰਿਸ਼ਨ ਵੀ ਇਹ ਕਹਿੰਦੇ ਨੇ ਕਿ ਜਿਹੜੀ ਸਾਡੀ ਦੇਹ ਹੈ ਨਾ, ਇਹ ਤਾਂ ਮਰ ਜਾਂਦੀ ਹੈ, ਲੇਕਿਨ ਉਹਦੇ ਅੰਦਰ ਜਿਹੜੀ ਆਤਮਾ ਹੈ ਉਹ ਅਜਰ ਅਮਰ ਹੈ, ਉਹ ਨਹੀਂ ਮਰਦੀ। ਤੇ ਗੁਰੂ ਜੀ ਵੀ ਇਹ ਕਹਿੰਦੇ ਨੇ ਉਹ ਨਾ ਮੂਆ ਜੋ ਰਿਹਾ ਸਮਾਂ। ਤਾਂ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਨਾਤਨੀ ਪਰੰਪਰਾ ਦੇ ਨਾਲ ਜਿਹੜਾ ਸਾਂਝ ਦਾ ਰਿਸ਼ਤਾ ਹੈ ਉਹ ਫਿਲੋਸੋਫੀਕਲ ਲੈਵਲ ਜੀ, ਲੇਕਿਨ ਜਿਹੜਾ ਵਖਰੇਵਾਂ ਵੀ ਸਾਡਾ ਹੈਗਾ ਉਹ ਸਾਡੀ ਸੋਸ਼ੀਓਲੋਜੀ ਵੱਖਰੀ ਹੈ। ਅਸੀਂ ਭਾਵੇਂ ਬਾਈ ਬੈਕਡੋਰ ਅਸੀਂ ਫੇਰ ਉਸੇ ਜਾਤੀ ਪ੍ਰਥਾ ਨੂੰ
ਫੇਰ ਅੰਦਰ ਵਾੜ ਲਿਆ। ਜੀ ਤੇ ਮੈਨੂੰ ਲੱਗਦਾ ਕਿ ਅੱਜ ਸਾਨੂੰ ਲੋੜ ਇਸ ਗੱਲ ਦੀ ਹੈ, ਸਨਾਤਨ ਵਾਲਿਆਂ ਨੂੰ ਵੀ, ਬੁੱਧ ਧਰਮ ਵਾਲਿਆਂ ਨੂੰ ਵੀ, ਤੇ ਜੈਨ ਧਰਮ ਤੇ ਸਿੱਖ ਧਰਮ, ਇਹਨਾਂ ਚਾਰਾਂ ਦੇ ਕੋਲ ਜੀਵਨ ਜਾਚ ਦਾ ਬਹੁਤ ਖੂਬਸੂਰਤ ਮਾਡਲ ਪਿਆ ਹੋਇਆ ਜੀ। ਮੈਂ ਤਾਂ ਆਪਣੇ 50-60 ਸਾਲ ਤੋਂ ਇਹੀ ਦੇਖਿਆ ਕਿ ਇਹਨਾਂ 'ਚ ਬਹੁਤ ਵੱਡੀ ਸਾਂਝ ਹੈ। ਸਾਂਝ ਨੂੰ ਅਸੀਂ ਪਤਾ ਨਹੀਂ ਕਿਉਂ ਭੁਲਾਇਆ ਜਾ ਰਿਹਾ ਹੈ। ਪੋਲੀਟੀਕਲ ਕਾਰਨ ਹੋ ਸਕਦੇ ਨੇ, ਲੇਕਿਨ ਭਾਈ ਜੇ ਤਾਂ ਆਪਣੇ ਵਿਰਸੇ ਦੇ ਗਿਆਨ ਤੋਂ ਤੁਸੀਂ ਰੌਸ਼ਨੀ ਗ੍ਰਹਿਣ ਕਰਨੀ ਹੈ ਨਾ, ਤਾਂ ਫਿਰ ਉਸ ਨੂੰ ਪੜ੍ਹਨਾ ਪਏਗਾ, ਵਿਚਾਰਨਾ ਪਏਗਾ। ਤੇ ਜੇ ਵਿਚਾਰਾਂਗੇ ਤੇ ਪੜ੍ਹਾਂਗੇ, ਫਿਰ ਲੜਾਂਗੇ ਨਹੀਂ। ਕਿਉਂਕਿ ਲੜਨ ਦੀ ਗੱਲ ਨਹੀਂ ਹੁੰਦੀ, ਗੱਲ ਤਾਂ ਇਹ ਹੁੰਦੀ ਹੈ ਕਿ ਕਿਸੇ ਵੀ ਵਿਰਸੇ ਵਿੱਚ ਕੋਈ ਨਾ ਕੋਈ ਖਰਾਬੀਆਂ ਆ ਜਾਂਦੀਆਂ ਨੇ। ਬਿਲਕੁਲ। ਜੇ ਉਹਦੇ ਚ ਆਉਂਦੀਆਂ ਨੇ ਤੇ ਭਾਈ ਦੂਰ ਕਰ ਲਓ, ਕਿਹੜੀ ਪ੍ਰੋਬਲਮ ਹੈ? ਬਿਲਕੁਲ, ਡਾਇਲੋਗ ਕਰੋ, ਬੈਠ ਕੇ ਵਾਰਤਾਲਾਪ ਕਰੋ। ਤੇ ਕਿਉਂਕਿ ਆਪਣਾ ਟਾਈਮ ਕਾਫੀ ਜ਼ਿਆਦਾ ਹੋ ਗਿਆ ਹੈਗਾ ਜੀ, ਤੇ ਪ੍ਰੀਤ ਜੀ ਤੁਸੀਂ ਲਾਸਟ ਕੁਐਸਚਨ ਜਿਹੜਾ ਤੁਹਾਡੇ ਵੱਲੋਂ, ਤੁਸੀਂ ਪ੍ਰੋਫੈਸਰ ਸਾਹਿਬ ਨੂੰ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਪ੍ਰੋਫੈਸਰ ਸਾਹਿਬ ਇੱਕ ਤਾਂ ਮੈਂ ਕਮੈਂਟ ਕਰਨਾ ਚਾਹੁੰਦਾ ਕਿ ਤੁਸੀਂ ਕਹਿੰਦਾ ਰੋਮਿਲਾ ਥਾਪਰ, ਇਹ ਜਿਹੜੇ ਇਰਫਾਨ ਮਹਦੀਬ ਨੇ, ਇਜ਼ ਆਲਸੋ ਲਾਈਕ ਸਿੱਖ ਹਿਸਟੋਰੀਅਨ ਹਰਜੋਤ ਉਬਰਾਏ, ਉਹ ਵੀ ਇਹਨਾਂ ਤੋਂ ਇਨਫਲੂਐਂਸ ਹੋ ਕੇ, ਉਹ ਮੇਰੇ ਖਿਆਲ JNU ਦੇ ਪ੍ਰੋਡਕਟ ਸੀ, ਬਟ ਉਹਨਾਂ ਨੇ ਜਦ ਬੇਸਿਕਲੀ ਕੀਤਾ, ਉਹਨਾਂ ਨੇ ਬੁੱਕ ਲਿਖੀ ਰੀਕਨਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼। that's actually a great book। ਉਹ ਉਹਨਾਂ ਦੇ ਮੁਰੀਦ ਵੀ ਸੀ, ਬਟ ਜਦੋਂ ਇਹਨਾਂ ਨੇ ਕੀਤਾ, basically we have Abramized Sikhism and not just Abramized because Christianity has been reformed post enlightenment, but ਅਸੀਂ ਇਹਨੂੰ ਇੱਕ ਮੁਲਾਇਤ ਤਰਫ ਲੈ ਕੇ ਜਾ ਰਹੇ। ਜਿਹੜਾ ਵੀ ਬੰਦਾ ਇੰਟਰਸਟਿਡ ਹੈ, ਮੈਂ ਹੱਥ ਜੋੜ ਕੇ ਕਹਿਣਾ, ਪ੍ਰੋਫੈਸਰ ਹਰਜੋਤ ਉਬਰਾਏ ਦੀ ਬੁੱਕ ਰੀਕਨਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀ ਜ਼ਰੂਰ ਪੜ੍ਹੇ। ਉਹ ਹੁਣ ਅੰਡਰਗਰਾਊਂਡ ਹੋ ਗਏ, ਉਹਨਾਂ ਨੂੰ ਇੰਨੀ ਗਾਲਾਂ ਪਈਆਂ ਤੇ ਉਹ ਮਿਲਦੇ ਨਹੀਂ, ਬਟ ਉਹ ਕਿਤਾਬ ਤੁਹਾਨੂੰ ਹਾਲੇ ਵੀ ਮਿਲ ਜਾਏਗੀ। ਪ੍ਰੋਫੈਸਰ ਸਾਹਿਬ, ਮੈਂ ਇੱਕ ਤੁਸੀਂ ਗੱਲ ਕਰ ਰਹੇ ਸੀ, ਆਈ ਵਿਲ ਗਿਵ ਐਨ ਐਗਜ਼ਾਮਪਲ, ਆਈ ਕੁਡ ਬੀ ਰੋਂਗ, ਤੁਸੀਂ ਮੈਨੂੰ ਸਮਝਾਓ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਗੁਰੂ ਨਾਨਕ ਨੇ ਮੌਤ ਬਾਰੇ ਕੀ ਕਿਹਾ, ਵਾਟ ਆਈ ਫਾਈਂਡ ਵੈਰੀ ਫੈਸੀਨੇਟਿੰਗ ਅਬਾਊਟ ਸਿੱਖੀਜ਼ਮ ਇਜ਼ ਕਿ ਇਹਨਾਂ ਨੇ ਜਿਹੜਾ ਸਨਾਤਨ ਪਰੰਪਰਾ ਦੀ ਮੰਨਿਆ, ਪੁਨਰ ਜਨਮ ਨੂੰ ਵੀ ਮੰਨਿਆ, ਇਹਨਾਂ ਨੇ ਕਰਮ ਨੂੰ ਵੀ ਮੰਨਿਆ, ਵਿਚ ਆਰ ਨਾਟ ਅਬਰਾਹਮਿਕ ਕਨਸੈਪਟ, ਬਟ ਕਿਉਂਕਿ ਗੁਰੂ ਨਾਨਕ ਦੀ ਫਿਲਾਸਫੀ ਸੀ ਕਿ ਅਸੀਂ ਸਾਰਿਆਂ ਤੋਂ ਸਿੱਖੀਏ, ਤੇ ਜਿਹੜਾ ਅਬਰਾਹਮਿਕ ਹੈ ਉਹ ਵਨ ਲਾਈਫ ਵਿੱਚ ਬਿਲੀਵ ਕਰਦੇ ਆ। ਇਸ ਕਰਕੇ ਇਹਨਾਂ ਦੀ ਲਾਈਫ ਵਿੱਚ ਡਾਇਨਾਮਿਜ਼ਮ ਹੈ, ਅਰਜੈਂਸੀ ਹੈ, ਕਿਉਂਕਿ ਅਸੀਂ ਲੱਖਾਂ ਜਨਮਾਂ ਵਿੱਚ ਕਰਦੇ ਹਾਂ, ਅਸੀਂ ਕਹਿੰਦੇ ਕੱਲ ਅਗਲੇ ਜਨਮ ਹੋ ਜਾਏਗਾ, ਤਾਂ ਵੀ ਡੋਂਟ ਹੈਵ ਇਟ। ਸਿੱਖੀਜ਼ਮ ਦੀ ਬਿਊਟੀ ਦੇਖੋ, ਉਹਨਾਂ ਨੇ ਜਿਹੜਾ ਸਨਾਤਨ ਮਤ ਸੀ ਉਹ ਮੰਨ ਲਿਆ, ਬਟ ਆਫਟਰ ਲਾਈਫ ਦੇ ਬਾਰੇ ਸਿੱਖੀਜ਼ਮ ਵਿੱਚ ਕੋਈ ਜ਼ਿਆਦਾ ਹੈ ਹੀ ਨਹੀਂ। ਕਹਿੰਦੇ ਸੱਚਖੰਡ, ਉਹ ਜ਼ਿਆਦਾ ਕਹਿੰਦੇ ਇਹਦੇ ਜੁੜੋ ਹੀ ਨਾ, ਜਿਹੜੀ ਇੱਥੇ ਲਾਈਫ ਹੈ। ਐਂਡ ਦੈਟ ਸ਼ੋਜ਼ ਦ ਬਿਊਟੀ ਕਿ ਉਹ ਇੰਗੇਜ ਕਰ ਰਹੇ, ਤੇ ਉਹਨਾਂ ਨੇ ਲਿਆ ਕਿ ਯੈਸ ਵੀ ਨੀਡ ਅਰਜੈਂਸੀ ਇਨ ਲਾਈਫ, ਤੇ ਉਹਨਾਂ ਨੇ ਆਫਟਰ ਦੈਟ ਦੀ ਗੱਲ ਹੀ ਨਹੀਂ ਕੀਤੀ ਜ਼ਿਆਦਾ। ਮੈਂ ਗਲਤ ਹੋ ਸਕਦਾ, ਤੁਸੀਂ ਮੈਨੂੰ ਜੇ ਇਫ ਆਈ ਐਮ ਰੋਂਗ ਯੂ ਕੈਨ ਕਰੈਕਟ। ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜਿਹੜੀ ਇਹ ਸਾਡੇ ਭਾਰਤੀ ਧਰਮ ਨੇ ਨਾ, ਉਹਨਾਂ ਵਿੱਚ ਕਰਮ ਸਿਧਾਂਤ ਔਰ ਪੁਨਰ ਜਨਮ, ਇਹ ਦੋਨੋਂ ਗੱਲਾਂ ਐਕਸੈਪਟਡ ਨੇ। ਜਿਹਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ। ਕਰਮ ਦਾ ਸਿਧਾਂਤ ਇਹ ਸਾਇੰਟੀਫਿਕ ਵਿਊ ਹੈ ਕਿ ਜੋ ਬੰਦਾ ਕਰਮ ਕਮਾਉਂਦਾ ਉਹਦਾ ਨੂੰ ਫਲ ਭੁਗਤਣਾ ਪੈਂਦਾ। ਤੇ ਇਹ ਸਾਡੀ ਤਾਂ ਜਿਹੜੀ ਸਾਡੀ ਸਭਿਅਤਾ ਹੈ, ਉਹ ਤਾਂ ਇੱਕ ਜਿਹਨੂੰ ਕਹਿੰਦੇ ਨੇ ਰੀਅਲੀ, ਉਹ ਸਾਇੰਟੀਫਿਕ ਬੇਸਡ ਹੈ। ਉਹ ਕਿਸੇ ਇਮੈਜੀਨੇਸ਼ਨ ਤੋਂ ਸ਼ੁਰੂ ਨਹੀਂ ਕਰਦੇ ਅਸੀਂ, ਜੇ ਵੀ ਇੱਕ ਗੋਡ ਹੈਗਾ ਉੱਪਰ ਬੈਠਾ ਹੈ, ਉੱਥੇ ਮਤਲਬ ਹੈ ਕਿ ਉਹਦਾ ਇੱਕ ਤੁਹਾਡੀ ਇਮੈਜੀਨੇਸ਼ਨ ਹੈ, ਉਹਨੂੰ ਕਹਿ ਸਕਦੇ ਹੋ ਕਲਪਨਾ ਦਾ ਵਿਸ਼ਾ। ਲੇਕਿਨ ਸਾਡੇ ਦਾ ਜਿਹੜਾ ਅਸੀਂ ਕਹਿੰਦੇ ਕਿ ਉਹ ਬ੍ਰਹਮ ਹੈ, ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ। ਬ੍ਰਹਮ ਦੀ ਪਰਿਭਾਸ਼ਾ ਕੀ ਹੈ? ਸਰਵਮ ਖਲੂ ਇਦਮ ਬ੍ਰਹਮ, ਕਿ ਜੋ ਕੁਝ ਵੀ ਸਾਡੀ ਨਜ਼ਰ ਦੇ ਸਾਹਮਣੇ ਹੈ, ਸਾਡੇ ਅੰਦਰ, ਉਹ ਸਾਰਾ ਬ੍ਰਹਮ ਹੈ। ਗੁਰਬਾਣੀ ਬ੍ਰਹਮ ਸ਼ਬਦ ਨੂੰ ਫਿਲਾਸਫੀਕਲ ਲੈਵਲ ਤੇ ਵਰਤਦੀ ਹੈ। ਇਹ ਸਨਾਤਨੀ ਸੋਚ ਦੇ ਨਾਲ ਉਹਦੀ ਸਾਂਝ ਦਾ ਸਭ ਤੋਂ ਵੱਡਾ ਪ੍ਰੂਫ ਹੈ। ਗੁਰੂ ਅਰਜਨ ਦੇਵ ਜੀ ਦੀ ਖੂਬਸੂਰਤੀ ਦੇਖੋ। ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਗੁਰੂ ਆਦਿ ਗ੍ਰੰਥ ਦੀ ਰਚਨਾ ਕੀਤੀ ਹੈ ਨਾ, ਉਹ ਦੋਨਾਂ ਜਿਹੜੇ ਅਬਰਾਹਮਿਕ ਤੇ ਇੰਡਿਕ ਦੋਨਾਂ ਨੂੰ ਸਮਝਦੇ ਨੇ। ਉਹਨਾਂ ਦੋਨਾਂ ਦੇ ਪ੍ਰਾਈਮ ਸਿੰਬਲ ਦੀ ਗੱਲ ਇੱਕ ਸੂਤਰ ਵਿੱਚ ਕਰਦੇ ਨੇ, ਤੁਸੀਂ ਹੈਰਾਨ ਹੋਵੋਗੇ। ਉਹ ਕਹਿੰਦੇ ਨੇ, ਕਹੋ ਨਾਨਕ ਗੁਰੂ ਖੋਏ ਬ੍ਰਹਮ, ਏਕੋ ਅੱਲਾਹ ਪਾਰ ਬ੍ਰਹਮ। ਹੁਣ ਤੁਸੀਂ ਦੇਖੋ, ਇੱਕ ਗੁਰੂ ਅਰਜਨ ਦੇਵ ਜੀ ਵਰਗਾ ਇੱਕ ਜਿਹਨੂੰ ਕਹਿ ਸਕਦੇ ਮਹਾਪੁਰਖ, ਇੱਕ ਐਡਾ ਮਹਾਪ੍ਰਤਿਭਾ ਵਾਲਾ ਇਨਸਾਨ, ਜਿਹੜਾ ਆਪਣੇ ਵੇਲੇ ਦੀ ਸਾਰੀ ਉਹ ਸਾਰੇ ਦੋਨਾਂ ਸਭਿਤਾਵਾਂ ਨੂੰ ਸਮਝਦੇ ਨੇ, ਉਹਨਾਂ ਦੇ ਪ੍ਰਾਈਮ ਸਿੰਬਲ ਨੂੰ ਸਮਝਦੇ ਨੇ। ਕਿ ਜਿਹੜਾ ਗੁਰੂ ਨੇ ਮੇਰਾ ਭਰਮ ਖੁਆਇਆ ਨਾ ਜਦੋਂ, ਤਾਂ ਮੈਨੂੰ ਲੱਗਿਆ ਕਿ ਅੱਲਾ ਤੇ ਪਾਰ ਬ੍ਰਹਮ ਇੱਕੋ ਨੇ। ਪਰ ਇਹ ਗੱਲ ਅੱਲਾ ਵਾਲੇ ਨਹੀਂ ਕਦੇ ਕਹਿਣਗੇ ਕਿ ਬ੍ਰਹਮ ਤੇ ਅੱਲਾ ਇੱਕੋ ਹੀ ਹੈ। ਉਹਦਾ ਕਾਰਨ ਹੈ ਅਸੀਂ ਪਲੂਰਲਿਸਟਿਕ ਹੈ। ਸਾਡੇ ਬ੍ਰਹਮ ਦੇ ਵਿੱਚ ਅੱਲਾ ਆ ਸਕਦਾ ਹੈ,
ਉਹਨਾਂ ਦੇ ਅੱਲਾ ਵਿੱਚ ਬ੍ਰਹਮ ਨਹੀਂ ਜਾ ਸਕਦਾ, ਕਿਉਂਕਿ ਬ੍ਰਹਮ ਤਾਂ ਕਨਸੈਪਚੁਅਲੀ ਡਿਫਰੈਂਟ ਹੈ। ਤੋ ਇਹ ਮਤਲਬ ਕਿ ਮਸਲੇ ਨੇ। ਦੂਜੀ ਗੱਲ ਜਿਹੜੀ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੀ ਸਨਾਤਨੀ ਪਰੰਪਰਾ ਦੇ ਵਿੱਚ ਜਿਹੜਾ ਅਦਰ ਦੇ ਬਾਰੇ ਵਿਊ ਹੈ ਨਾ, ਉਹ ਬਹੁਤ ਹੀ ਕਲੀਅਰ ਕੱਟ ਹੈ। ਦੇਖੋ ਬਹੁਤੇ ਪ੍ਰੋਬਲਮ ਇਹ ਹੁੰਦੀ ਹੈ ਕਿ ਦੂਜੇ ਨੂੰ ਅਸੀਂ ਦੁਸ਼ਮਣ ਸਮਝਦੇ ਹਾਂ, ਦੁਸ਼ਮਣ ਮੰਨਾਂਗੇ ਤੇ ਉਹਦੇ ਨਾਲ ਝਗੜੇ ਹੋਣਗੇ। ਲੇਕਿਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਨਾ ਕੋਈ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰ, ਬ੍ਰਹਮ ਬਾਰ-ਬਾਰ ਆ ਰਿਹਾ। ਦੇਖੋ ਮੈਂ ਤੁਹਾਨੂੰ ਇਹ ਹਾਈਲਾਈਟ ਕਰਨਾ ਚਾਹੁੰਦਾ ਹਾਂ ਕਿ ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੀ ਸਾਜਨ। ਹੁਣ ਤੁਹਾਨੂੰ ਪਤਾ ਮੇਰੀ ਤਾਂ ਆਦਤ ਹੈ ਕਿ ਮੈਂ ਫਿਰ ਆਪਣੇ ਸ਼ਾਸਤਰਾਂ ਨੂੰ ਕੋਟ ਕਰਦਾ, ਤੇ ਮੈਨੂੰ ਇੱਕ ਸੂਤਰ ਲੱਭਿਆ ਯਜੁਰਵੇਦ ਦੇ ਵਿੱਚੋਂ। ਤੁਸੀਂ ਦੇਖੋ ਸਿਮਿਲੈਰਿਟੀ ਦੇਖੋ, ਯਜੁਰਵੇਦ ਦੇ ਚਾਹੁੰਦਾ ਕਿ ਮਿੱਤਰस्य ਮਾ ਚਕਸ਼ੁਸ਼ਾ ਸਰਵਾਣੀ ਭੂਤਾਨੀ ਸਮੀਖੰਤਾਮ, ਕਿ ਮੈਂ ਇਸ ਦੁਨੀਆ ਦੇ ਸਾਰੇ ਜੀਵਾਂ ਨੂੰ ਮਿੱਤਰ ਦੀ ਨਜ਼ਰ ਨਾਲ ਦੇਖਦਾ ਹਾਂ। ਤਾਂ ਇਹ ਮੈਨੂੰ ਲੱਗਦਾ ਕਿ ਸਾਡੀ ਸਨਾਤਨੀ ਪਰੰਪਰਾ ਦੀ ਜਿਹੜੀ ਅਦਰ ਬਾਰੇ ਸੋਚ ਹੈ, ਉਹ ਸਿੱਖ ਧਰਮ ਦੇ ਵਿੱਚ ਉਹ ਕੰਟੀਨਿਊ ਕਰਦੀ ਹੈ, ਤੇ ਇਹ ਮਾੜੀ ਗੱਲ ਨਹੀਂ ਹੈਗੀ। ਬਿਲਕੁਲ। ਔਰ ਮਤਲਬ ਹੈ ਕਿ ਵਖਰੇਵੇਂ ਤਾਂ ਹੈਗੇ ਆ। ਹਾਂਜੀ। ਔਰ ਸਿੱਖ ਪੰਥ ਇੱਕ ਇੰਡੀਪੈਂਡੈਂਟ ਵਰਲਡ ਰਿਲੀਜਨ ਹੈ। ਇਹਦੇ ਕਰਕੇ ਬਹੁਤੇ ਝਗੜੇ ਪੈਂਦੇ ਨੇ, ਸਾਨੂੰ ਫੜ ਲੈਂਦੇ ਨੇ ਕਿ ਤੁਸੀਂ ਤਾਂ ਜਿਹੜਾ ਨਾ ਸਾਨੂੰ ਹਿੰਦੂ ਧਰਮ ਚ ਵੱਲ ਲੈ ਕੇ ਜਾ ਰਹੇ ਹੋ, ਵੇਦਾਂ ਵੱਲ। ਅਸੀਂ ਕਿਤੇ ਨਹੀਂ ਲੈ ਕੇ ਜਾ ਰਹੇ। ਅਸੀਂ ਕਹਿ ਰਹੇ ਹਾਂ ਕਿ ਸਾਡੀ ਗਿਆਨ ਪਰੰਪਰਾ ਵਿੱਚ ਵੇਦ ਪਹਿਲੇ ਗਿਆਨ ਗ੍ਰੰਥ ਨੇ, ਤੇ ਜਿਹੜਾ ਉਸਦਾ ਫਲਾਵਰਿੰਗ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਔਰ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਗੁਰੂਆਂ ਦੀ ਬਾਣੀ ਨਹੀਂ ਹੈਗੀ। ਨਹੀਂ ਹੈ, ਬਿਲਕੁਲ। 6 ਗੁਰੂ ਨੇ, 15 ਭਗਤ ਨੇ। ਇਹਦਾ ਮਤਲਬ ਗੁਰੂ ਸਾਹਿਬਾਨ ਦਾ ਜਿਹੜਾ ਵਿਜ਼ਨ ਹੈ ਉਹ ਤਾਂ ਆਲ ਇੰਡੀਆ ਹੈ। ਗੁਰੂ ਨਾਨਕ ਦੇਵ ਜੀ ਜਦੋਂ ਬਾਬਰ ਦਾ ਹਮਲਾ ਹੁੰਦਾ, ਉਹ ਕਹਿੰਦੇ ਨੇ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਪੰਜਾਬ ਨਹੀਂ ਡਰਾਇਆ, ਹਿੰਦੁਸਤਾਨ ਦੀ ਗੱਲ ਕਰਦੇ ਨੇ। ਇਸ ਤਰ੍ਹਾਂ ਹੀ ਜਿਹੜਾ ਸਾਡਾ ਚਿੰਤਨ ਹੈ, ਅਨਫਾਰਚੂਨੇਟਲੀ ਨਾ ਇਹਨੂੰ ਤੋੜੀਏ ਨਾ, ਇਸ ਨੂੰ ਉਸ ਜਿਹੜੀ ਸਾਡੀ ਪਰਮ ਗਿਆਨ ਦੀ ਪਰੰਪਰਾ ਹੈ, ਜਿਹੜੀ ਰਿਸ਼ੀਆਂ ਤੋਂ ਚੱਲਦੀ ਹੈ। ਰਿਸ਼ੀ ਵੀ ਸਾਡੇ ਨੇ, ਉਹ ਕੋਈ ਵੱਖਰੇ ਨਹੀਂ ਹੈਗੇ। ਗੁਰੂ ਵੀ ਸਾਡੇ ਨੇ, ਵਿੱਚ ਸੂਫੀ ਵੀ ਸਾਡੇ ਹੀ ਨੇ। ਤੇ ਮੈਨੂੰ ਤਾਂ ਲੱਗਦਾ ਹੈ ਕਿ ਅੱਜ ਨਾ ਸਾਨੂੰ ਫਿਰਕਾ ਪ੍ਰਸਤੀ ਤੋਂ ਦੂਰ ਹੋ ਕੇ ਗਿਆਨ ਗ੍ਰਹਿਣ ਕਰਨਾ। ਪ੍ਰੋਫੈਸਰ ਸਾਹਿਬ, ਸੌਰੀ ਆਪਣਾ ਟਾਈਮ ਨਾ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਹੈਗਾ। ਆਪਾਂ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪ੍ਰੋਗਰਾਮ ਕਰਾਂਗੇ। ਤੁਸੀਂ ਇਸ ਟਾਈਮ ਦੇ ਉੱਤੇ ਤੁਸੀਂ ਸਾਡੇ ਜਿੰਨੇ ਵੀ ਲਿਸਨਰ ਹੈਗੇ ਨੇ, ਤੁਸੀਂ ਤੁਹਾਡੀ ਇੰਨੀ ਵੱਡੀ ਸੋਹਣੀ ਸੋਚ ਹੈਗੀ ਹੈ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਹੋ, ਔਰ ਇਸ ਚੀਜ਼ ਨੂੰ ਕਿਸ ਤਰ੍ਹਾਂ ਕਨਕਲੂਡ ਕਰਨਾ ਚਾਹੁੰਦੇ ਹੈਗੇ ਅੱਜ ਦੇ ਪ੍ਰੋਗਰਾਮ ਵਿੱਚ? ਮੈਂ ਇਹ ਸਮਝਦਾ ਕਿ ਜਿਹੜੀ ਸਾਡੀ ਗੁਰਬਾਣੀ ਹੈ ਔਰ ਸਾਡੀ ਜਿਹੜੀ ਭਾਰਤੀ ਦਰਸ਼ਨ ਦੀ ਪਰੰਪਰਾ, ਜਿਹਨੂੰ ਮੈਂ ਵੇਦਾਂਤ ਕਹਿੰਦਾ, ਭਾਰਤ ਨੇ ਦੇਖੋ 3 ਚੀਜ਼ਾਂ ਦੁਨੀਆ ਨੂੰ ਦਿੱਤੀਆਂ ਨੇ, ਔਰ ਗੁਰਬਾਣੀ ਨੇ ਉਹਨਾਂ ਨੂੰ ਐਕਸਟੈਂਡ ਕੀਤਾ। ਉਹ ਹੈਗਾ ਆਯੁਰਵੇਦ, ਯੋਗ ਤੇ ਵੇਦਾਂਤ। ਇਹ 3 ਸਾਡੀ ਭਾਰਤੀ ਸਨਾਤਨ ਪਰੰਪਰਾ ਦੀ ਬਹੁਤ ਵੱਡੀ ਦੇਣ ਹੈ ਦੁਨੀਆ ਨੂੰ। ਗੁਰੂ ਸਾਹਿਬਾਨ ਦੀ ਦੇਣ ਕੀ ਹੈ? ਗੁਰੂ ਸਾਹਿਬਾਨ ਦੀ ਦੇਣ ਹੈ ਕਿ ਉਹਨਾਂ ਨੇ ਬੰਦੇ ਨੂੰ ਜਿਉਣਾ ਸਿਖਾਇਆ। ਉਹ ਜਿਉਣਾ ਹੈਗਾ ਕਿ ਬ੍ਰਹਿਮੰਡ ਦੀ ਚੇਤਨਾ ਵਿੱਚ ਜਿਉਣਾ, ਕਾਸਮਿਕ ਕੌਨਸ਼ੀਅਸਨੈਸ ਦੇ ਵਿੱਚ ਜਿਉਣਾ। ਬੰਦੇ ਦਾ ਬ੍ਰਹਿਮੰਡ ਦੇ ਨਾਲ, ਮਨੁੱਖ ਦੇ ਨਾਲ, ਸਮਾਜ ਦੇ ਨਾਲ ਇੱਕ ਹਾਰਮੋਨੀਅਸ ਰਿਲੇਸ਼ਨਸ਼ਿਪ ਹੋਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਅੱਜ ਜਿਹੜਾ ਜਿਸ ਤਰੀਕੇ ਨਾਲ ਵੈਸਟ ਦੀ ਅਸੀਂ ਇੰਨੀ ਨਕਲ ਕਰ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਖੁੱਲ੍ਹਾ ਛੱਡ ਦਿੱਤਾ, ਆਪਣੇ ਵਿਰਸੇ ਦੇ ਗਿਆਨ ਤੋਂ ਮਹਿਰੂਮ ਕਰ ਰਹੇ ਹਾਂ। ਉਹਦਾ ਨਤੀਜਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਕੰਜ਼ਿਊਮਰ ਸਬਜੈਕਟ ਬਣ ਗਏ। ਉਹ ਉਹਨਾਂ ਨੂੰ ਲੱਗਦਾ ਵੀ ਖਾਓ ਪੀਓ ਮੌਜ ਕਰੋ, ਕੁਛ ਨਹੀਂ ਹੈਗਾ ਦੁਨੀਆ 'ਚ। ਗੁਰੂ ਸਾਹਿਬ ਕਹਿੰਦੇ ਨੇ ਕਿ ਬਿਨ ਸੰਤੋਖ ਨਾ ਕਉ ਰਾਜੈ। ਸੰਤੋਖ ਤੋਂ ਬਿਨਾਂ ਰੱਜ ਦਾ ਕੋਈ ਨਹੀਂ। ਜਿੰਨਾ ਮਰਜ਼ੀ ਚੀਜ਼ਾਂ ਲਈ ਜਾਓ, ਉਹ ਚੀਜ਼ਾਂ ਹੋਰ ਤੁਹਾਨੂੰ ਭੁੱਖ ਪੈਦਾ ਕਰਨਗੀਆਂ। ਮੈਨੂੰ ਲੱਗਦਾ ਕਿ ਸਾਨੂੰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਆਤਮ ਵਿਸ਼ਵਾਸ ਦੇ ਨਾਲ ਜਿਉਣ ਦੇ ਲਈ ਮੌਕਾ ਦੇਣਾ, ਇਹ ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਹੈ। ਪਰ ਇਸ ਨੂੰ ਸਮਝਣ ਦੇ ਵਾਸਤੇ ਗੁਰਬਾਣੀ ਨੂੰ ਪੜ੍ਹਨਾ ਪਵੇਗਾ, ਵਿਚਾਰਨਾ ਪਵੇਗਾ। ਤੇ ਇਹ ਕੋਈ ਮੱਥਾ ਟੇਕਣ ਵਾਲੀ, ਸਿਰਫ ਗੁਰਦੁਆਰੇ ਜਾ ਕੇ ਨਤਮਸਤਕ ਹੋਣ ਵਾਲੀ ਚੀਜ਼ ਨਹੀਂ। ਇਹ ਅੱਜ ਵੀ ਬਹੁਤ ਰੈਲੇਵੈਂਟ ਹੈ ਸਾਨੂੰ ਜੀਵਨ ਜਾਚ ਸਿਖਾਉਣ ਲਈ। ਮੇਰੀ ਤਾਂ ਇਹੀ ਹੈ ਕਿ ਅੱਜ ਜੇ ਅਸੀਂ ਕਹੀਏ ਅਸੀਂ ਵੰਡੀਆਂ ਨਾ ਪਾਈਏ। ਸਨਾਤਨੀ ਸਭਿਅਤਾ
ਸਨਾਤਨੀ ਸੋਚ ਦੀਆਂ ਜਿਹੜੀਆਂ ਖੂਬਸੂਰਤ ਗੱਲਾਂ ਨੇ ਉਹਨੂੰ ਅਸੀਂ ਗ੍ਰਹਿਣ ਕਰ ਲਈਏ, ਜਿਹੜੀਆਂ ਨਹੀਂ ਚੰਗੀਆਂ ਲੱਗਦੀਆਂ ਉਹਨੂੰ ਤਾਂ ਛੱਡ ਦਈਏ। ਬਿਲਕੁਲ। ਤੇ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਅੱਜ ਦੇ ਬੰਦੇ ਨੂੰ ਮੈਂ ਤਾਂ ਇਹੀ ਕਹਾਂਗਾ ਕਿ ਆਪਣੇ ਵਿਰਸੇ ਦੀ ਗਿਆਨ ਪਰੰਪਰਾ, ਜਿਹਨੂੰ ਮੈਂ ਤਾਂ ਇਹ ਕਹਿਣਾ ਕਿ ਰਿਗਵੇਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇੱਕ ਨਿਰੰਤਰਤਾ ਦੇ ਵਿੱਚ ਪਈ ਹੋਈ ਹੈ, ਉਹਦੇ ਨਾਲ ਜੁੜਨ ਦੀ ਮੈਂ ਸੋਚਦਾ ਕਿ ਸਾਨੂੰ ਸਾਡਾ ਭਲਾ ਹੀ ਹੋਏਗਾ। ਬਿਲਕੁਲ। ਪ੍ਰੋਫੈਸਰ ਸਾਹਿਬ, ਤੁਸੀਂ ਆਏ, ਤੁਸੀਂ ਆਪਣੇ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਸਾਡੇ ਲਈ ਕੱਢਿਆ ਹੈਗਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ ਹੈਗਾ, ਬੜਾ ਪੋਜ਼ਿਟਿਵ ਸਿਆਣਾ ਮੈਸੇਜ ਦਿੱਤਾ ਹੈਗਾ। ਆਪਾਂ ਕਿਸੇ ਨਾਲ ਕਨਫਰੰਟੇਸ਼ਨ ਨਹੀਂ ਪੈ ਰਹੇ ਹੈਗੇ, ਆਪਾਂ ਜਿਹੜੀਆਂ ਉਹਨਾਂ ਦੀ ਅੱਛੀਆਂ ਗੱਲਾਂ ਹੈਗੀਆਂ ਨੇ ਆਪਾਂ ਨੂੰ ਗ੍ਰਹਿਣ ਕਰਨੇ ਚਾਹੀਦੀ ਹੈਗੇ ਨੇ, ਸਿੱਖਣਾ ਚਾਹੀਦਾ ਹੈਗਾ, ਬਜਾਏ ਕਿ ਆਪਾਂ ਹਮੇਸ਼ਾ ਕਿਸੇ ਨੂੰ ਨਿੰਦੀਏ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕੀਮਤੀ ਸਮੇਂ ਦੇ ਵਿੱਚ ਹੋਰ ਵੀ, ਕਿਉਂਕਿ ਤੁਸੀਂ ਤਾਂ ਸਾਡੇ ਲਈ ਇੱਕ ਬਹੁਤ ਸਾਗਰ ਹੈਗੇ ਹੋ, ਉਹਦੇ ਵਿੱਚੋਂ ਜਿੰਨਾ ਵੀ ਸਾਡਾ ਹੀ ਤਾਂ ਕੋਸ਼ਿਸ਼ ਰਹੇਗੀ, ਅਸੀਂ ਜਿੰਨਾ ਵੀ ਅਸੀਂ ਲੈ ਸਕਦੇ ਹਾਂ ਗਿਆਨ ਲੈਣ ਦੀ ਕੋਸ਼ਿਸ਼ ਕਰਾਂਗੇ ਹੈਗੇ, ਤਾਂ ਜੋ ਪਬਲਿਕ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਮੇਨ ਮਕਸਦ ਹੈਗਾ ਇਹ ਇਸ ਚੀਜ਼ ਨੂੰ ਰਿਕਾਰਡ ਕਰਨ ਦਾ ਹੈਗਾ। ਤੁਹਾਡਾ ਮੈਸੇਜ ਜਿਹੜਾ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਹੈ, ਇੱਥੋਂ ਦੇ ਬੌਰਨ ਹੈਗੇ ਨੇ, ਉਹਨਾਂ ਤੱਕ ਇਹ ਮੈਸੇਜ ਪਹੁੰਚੇ ਵੀ ਸਾਡੀ ਹਿਸਟਰੀ ਕੀ ਹੈਗਾ, ਸਾਡਾ ਧਰਮ ਕੀ ਹੈਗਾ, ਸਾਡੀ ਸੱਭਿਆਚਾਰ ਕੀ ਹੈਗੀ ਹੈ, ਔਰ ਉਹਨੂੰ ਕਿਸੇ ਦੂਜਿਆਂ ਦੇ ਨਾਲ ਕਿਸ ਤਰ੍ਹਾਂ ਆਪਾਂ ਉਹਨੂੰ ਕੰਪੇਅਰ ਕਰ ਸਕਦੇ ਹਾਂ। ਕਿਉਂਕਿ ਕੰਪੇਅਰ ਕਰਨ ਲਈ ਤੁਹਾਨੂੰ ਕੋਈ ਦੂਸਰੀ ਚੀਜ਼ ਦੀ ਵੀ ਸਟੱਡੀ ਪਤਾ ਹੋਣਾ ਚਾਹੀਦਾ ਹੈਗਾ ਨਾ। ਇੱਕ ਇਹ ਨਾ ਹੋਵੇ ਵੀ ਹਾਂ ਕਿਸੇ ਨੇ ਕਹਿ ਦਿੱਤਾ ਉਹ ਸੁਣਦਿਆ ਹੈਗਾ ਉਹਨੂੰ ਜ਼ਿਊਮ ਕਰ ਲਿਆ ਹੈਗਾ, ਬਜਾਏ ਕਿ ਤੁਸੀਂ ਜਿਸ ਤਰ੍ਹਾਂ ਤੁਹਾਡੀ ਇੰਨੀ ਨੌਲੇਜ ਹੈਗੀ ਹੈ, 50 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈ ਟੀਚਿੰਗ ਦਾ, PhD ਤੁਸੀਂ 69 ਦੇ ਵਿੱਚ ਕਰ ਲਈ ਹੈਗੀ ਸੀ, ਆਈ ਥਿੰਕ ਦਰਜਨ ਤੋਂ ਜ਼ਿਆਦਾ ਕਿਤਾਬਾਂ ਲਿਖ ਚੁੱਕੇ ਹੈਗੇ ਹੋ। ਬਹੁਤ ਅੱਛਾ ਲੱਗੇਗਾ ਤੁਹਾਡੇ ਵਰਗੇ ਜਿਹੜੇ ਗੁਣੀ ਗਿਆਨੀ ਹੈਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਸੰਪਰਕ ਦੇ ਵਿੱਚ ਰਹਿਣਗੇ। ਅਸੀਂ ਹੋਰ ਵੀ ਤੁਹਾਡੀਆਂ ਇਦਾਂ ਦੀਆਂ ਵੀਡੀਓ ਰਿਕਾਰਡ ਕਰਾਂਗੇ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸਾਰਿਆਂ ਨੂੰ।